ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਓ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਸ਼੍ਰੀ ਹਰਿ ਗੋਬਿੰਦ ਸੁਮਤ ਪਰਗਾਸਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਨਾਸ਼ਨ ਸੋਏ ਦੋਹਰਾ नाम बटाला जिसको कहे छीन लीन चेतक तन अहै लापुर आदिक बड़े स्थाना जहाँ विशाल जोर तुरकाना वाहिगुरु जी का खालसा वाहिगुरु जी की फतेह। आओ गुरु प्यारे गुरु सवारे सतसंगी जनो ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਜਦੋਂ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੇ ਵਜੀਦੇ ਨੂੰ ਮਾਰਿਆ, ਸਰਹੰਦ ਨੂੰ ਲੁੱਟ ਕੇ ਨੇਸ ਤੋਂ ਨਬੂਦ ਕਰ ਦਿੱਤਾ, ਸਾਰੀਆਂ ਬਿਲਡਿੰਗਾਂ ਲਗਭਗ ਢਾਹ ਦਿੱਤੀਆਂ ਔਰ ਬੇਅੰਤ ਮਾਇਆ ਤੇ ਫੌਜਾਂ ਇਕੱਠੀਆਂ ਹੋ ਗਈਆਂ। ਬੇਅੰਤ ਹੀ ਸਾਜੋ ਸਮਾਨ ਘੋੜੇ ਸ਼ਸਤਰ ਹਥਿਆਰ ਆਦਿ ਬੰਦਾ ਸਿੰਘ ਬਹਾਦਰ ਦੀ ਫੌਜ ਨੂੰ ਮਿਲ ਗਏ। ਫਿਰ ਇਹਨਾਂ ਨੇ ਜਾ ਕਰਕੇ ਲਾਹੌਰ 'ਤੇ ਹਮਲਾ ਕੀਤਾ। ਜੋ ਜ਼ਬਰਦਸਤ ਕਾ ਸੂਬੇਦਾਰ 10ਵੇਂ ਪਾਤਸ਼ਾਹ ਜੀ ਦੇ ਨਾਲ ਲਾਹੌਰ ਤੋਂ ਫੌਜ ਲੈ ਕੇ ਅਨੰਦਪੁਰ ਲੜਨ ਆਇਆ ਸੀ, ਫਿਰ ਉਸ 'ਤੇ ਵੀ ਹਮਲਾ ਕੀਤਾ, ਲਾਹੌਰ ਦਾ ਵੀ ਖਾਤਮਾ ਕੀਤਾ। ਅਤੇ ਲਾਹੌਰ ਤੋਂ ਬਾਅਦ ਭਾਈ ਬੰਦਾ ਸਿੰਘ ਜੀ ਬਹਾਦਰ ਅੱਗੇ ਚੱਲਦੇ ਹਨ। ਆਓ ਹੁਣ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਪਵਿੱਤਰ ਇਤਿਹਾਸ ਜੋ ਆਪਾਂ ਸਰਵਣ ਕਰ ਰਹੇ ਹਾਂ, ਅੱਗੇ ਸਤਿਗੁਰੂ ਪਾਤਸ਼ਾਹ ਇਸ ਇਤਿਹਾਸ ਰਾਹੀਂ ਕੀ ਬਖਸ਼ਿਸ਼ ਕਰਦੇ ਹਨ। ਉਸ ਤੋਂ ਪਹਿਲਾਂ ਆਪਣੀਆਂ ਅਤੇ ਸੰਗਤਾਂ ਦੀਆਂ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਹੋਰੀ ਜਲੰਧਰ ਜੋ ਤੁਰਕਾਨਾ ਲੂਟ ਕੋਟ ਕੀਨੇ ਸਭਾਨਾ। ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਫਿਰ ਸਤਲੁਜ ਦਰਿਆ ਪਾਰ ਕਰਕੇ ਦੁਆਬੇ ਦੇ ਇਲਾਕੇ ਵੀ ਜਾ ਵੜਿਆ, ਜਲੰਧਰ ਦੇ ਇਲਾਕੇ ਵੀ ਜਾ ਵੜਿਆ। ਉੱਥੋਂ ਦੇ ਸੂਬੇਦਾਰ ਨੂੰ ਵੀ ਗੁਰੂ ਪਿਆਰਿਓ ਕਾਬੂ ਕੀਤਾ ਹੈ, ਉੱਥੋਂ ਵੀ ਲੁੱਟਮਾਰ ਕੀਤੀ ਇਹਦੀਆਂ ਫੌਜਾਂ ਨੇ। ਉੱਥੋਂ ਦੇ ਤੁਰਕਾਂ ਨੂੰ ਲੋਹੇ ਦੇ ਚਣੇ ਚਬਾਏ। ਇਸ ਤਰ੍ਹਾਂ
ਬੰਦਾ ਸਿੰਘ ਬਹਾਦਰ ਦੀ ਸਾਰੇ ਇਲਾਕਿਆਂ ਵਿੱਚ ਧਾਂਕ ਪੈਂਦੀ ਜਾ ਰਹੀ ਹੈ। ਆਪਰ ਸ਼ਹਿਰ ਜੀਤਕ ਤਹਿ ਭਾਰੀ ਸਕਲ ਚੁਮਨੇ ਛੀਨ ਉਜਾਰੇ। ਔਰ ਹੋਰ ਵੀ ਕਿਤਨੇ ਹੀ ਸ਼ਹਿਰਾਂ ਦੇ ਮੈਂ ਨਾਮ ਦੱਸਾਂ ਜੋ ਬੰਦਾ ਸਿੰਘ ਬਹਾਦਰ ਨੇ ਆਪਣੇ ਅੰਡਰ ਕੀਤੇ ਹਨ। ਜੋ ਸੈਨਾ ਤੁਰਕਨ ਕੀ ਆਵੈ ਸੰਗਰ ਕਾਲ ਤੁਰਤ ਬਿਨਸਾਵੈ। ਔਰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ ਹੈ ਬੰਦਾ ਸਿੰਘ ਬਹਾਦਰ ਦੇ ਉੱਤੇ ਥਾਪੜਾ ਹੈ। ਬੰਦਾ ਸਿੰਘ ਬਹਾਦਰ ਨੂੰ ਉਹ 5 ਤੀਰ ਬੰਦਾ ਸਿੰਘ ਬਹਾਦਰ ਦੀ ਰੱਖਿਆ ਕਰਦੇ ਹਨ। ਜਿਵੇਂ ਮੁਸਲਮਾਨਾਂ ਵਿੱਚ 5 ਪੀਰ ਹੁੰਦੇ ਆ ਤੇ ਗੁਰੂ ਸਾਹਿਬ ਨੇ ਉਹ ਸ਼ਕਤੀਆਂ ਆਪਣੇ 5 ਤੀਰਾਂ ਵਿੱਚ ਦਿੱਤੀਆਂ। ਇਉਂ ਜਿਤਨੀ ਵੀ ਫੌਜ ਤੁਰਕਾਂ ਦੀ ਆ ਜਾਂਦੀ ਹੈ ਬੰਦਾ ਸਿੰਘ ਬਹਾਦਰ ਉਹਨਾਂ ਨੂੰ ਖਤਮ ਕਰ ਦਿੰਦਾ ਜੀ। ਉਨ ਮਾਝੇ ਬੜ ਦੇਸ਼ ਪਦਾਰਾ ਤੌਰ ਦੂਰ ਤੇ ਬੜਪੁਰ ਮਾਰਾ। ਔਰ ਗੁਰੂ ਪਿਆਰਿਓ ਮਾਝੇ ਦੇ ਇਲਾਕੇ ਦੇ ਵਿੱਚ ਫਿਰ ਵੜ ਗਿਆ ਬੰਦਾ ਸਿੰਘ ਬਹਾਦਰ। ਦੂਰ ਦੂਰ ਤੱਕ ਇਸ ਇਲਾਕੇ ਦੇ ਨਗਰਾਂ ਦੇ ਵਿੱਚ ਜਿੱਥੇ ਜਿੱਥੇ ਤੁਰਕ ਵਸਦੇ ਸਨ, ਮੁਗਲ ਵਸਦੇ ਸਨ, ਉਹਨਾਂ ਦੇ ਉੱਤੇ ਹਮਲੇ ਕੀਤੇ ਜੀ। ਨਾਮ ਬਟਾਲਾ ਜਿਸ ਕੋ ਕਹੈ ਛੀਨ ਲੀਨ ਜੇਤਕ ਤਨ ਆਹੈ। ਔਰ ਮਾਝੇ ਦੇ ਇਲਾਕੇ ਵਿੱਚ ਹੀ ਬਟਾਲਾ ਸਾਹਿਬ ਪੈਂਦਾ ਹੈ। ਜਲੰਧਰ ਤੋਂ ਬਟਾਲੇ ਵਾਲੇ ਪਾਸੇ ਦੀ ਫਿਰ ਭਾਈ ਸਾਹਿਬ ਜੀ ਮਾਝੇ ਵਿੱਚ ਵੜੇ ਹਨ। ਲਾਪੁਰ ਆਦਿਕ ਬੜੇ ਸਥਾਨਾ ਜਹਾਂ ਵਿਸਾਲ ਜੋਰ ਤੁਰਕਾਨਾ। ਲਾਹੌਰ ਦੀ ਤਰ੍ਹਾਂ ਜਿੱਥੇ ਜਿੱਥੇ ਵੱਡੇ ਸ਼ਹਿਰ ਸਨ, ਜਿੱਥੇ ਤੁਰਕਾਂ ਦਾ ਮੁਗਲਾਂ ਦਾ ਬੜਾ ਜ਼ੋਰ ਸੀ। ਇਕੱਠੇ ਹੋਏ 100 ਲੱਖੋ ਲਸ਼ਕਰ ਲਰਬੇ ਹਿਤ ਸਮੁਖ ਪੈ ਬਲ ਧਰ। ਹੁਣ ਗੁਰੂ ਪਿਆਰਿਓ ਤੁਰਕਾਂ ਨੇ ਵੀ ਫੌਜ ਜ਼ਿਆਦਾ ਇਕੱਠੀ ਕਰਨੀ ਕੀਤੀ ਹੈ ਬੰਦਾ ਸਿੰਘ ਬਹਾਦਰ ਨੂੰ ਫੜਨ ਲਈ। ਚਾਪਾ ਚਿੜੀ ਨਗਰ ਜੇ ਥਾਨਾ ਤਹਿ ਮੁਕਾਬਲਾ ਪਿਓ ਬਹਾਨਾ। ਤਾਂ ਅਗਲਾ ਮੁਕਾਬਲਾ ਇਹਨਾਂ ਦਾ ਹੋਇਆ ਚੱਪੜ ਚਿੜੀ ਦੇ ਮੈਦਾਨ ਵਿੱਚ। ਚੱਪੜ ਚਿੜੀ ਦੇ ਮੈਦਾਨ ਵਿੱਚ ਤੁਰਕਾਨੇ ਦੇ ਨਾਲ ਫਿਰ ਇਹਨਾਂ ਦਾ ਜਿਹੜਾ ਮਿਲਾਪ ਹੋਇਆ ਹੈ ਜੀ। ਕਹੋ ਕਹਾ ਲਗ ਮਚੀ ਲੜਾਈ ਤੁਰਕਾਨਾ ਮਾਰਿਓ ਸਮਦਾਈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਕਵੀ ਲਿਖਦੇ ਹਨ ਕਿ ਮੈਂ ਇਸ ਜੰਗ ਦਾ ਬਿਆਨ ਤੁਹਾਨੂੰ ਕੀ ਕਰਾਂ ਕਿ ਉੱਥੇ ਕਿਤਨੇ ਤੁਰਕਾਂ ਦਾ ਖਾਤਮਾ ਕੀਤਾ ਗਿਆ ਹੈ। ਲੜੀ ਆਨੰਦਪੁਰੇ ਜੋ ਜਾਏ ਸੋ ਸੰਗਰ ਕਰ ਲੀਨੇ ਕਾਏ। ਔਰ ਜਿਹੜੇ ਆਨੰਦਪੁਰ ਸਾਹਿਬ ਆ ਕੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਲੜੇ ਸਨ, ਉਹਨਾਂ ਤੇ ਜਾ ਹਮਲਾ ਕੀਤਾ ਹੈ। ਜ਼ਬਰਦਸਤ ਸੂਬਾ ਬੜ ਭਾਰਾ ਲੜ ਬੰਦੇ ਤਤ ਛਿਨ ਸੰਗਾਰਾ। ਜ਼ਬਰਦਸਤ ਖਾਂ ਤੇ ਵਜੀਦ ਖਾਂ ਇਹ ਸਾਰੇ 10ਵੇਂ ਪਾਤਸ਼ਾਹ ਜਿਹਨਾਂ ਅਨੰਦਪੁਰ ਸਾਹਿਬ ਆ ਕੇ ਲੜੇ, ਪਿੱਛੇ ਆਪਾਂ ਸਰਵਣ ਕੀਤਾ ਸੀਗਾ। ਉਹ ਜ਼ਬਰਦਸਤ ਖਾਂ ਫੌਜਾ ਜਿਹੜਾ ਸੂਬਾ ਸੀਗਾ ਇਸ ਦਾ ਵੀ ਖਾਤਮਾ ਬੰਦੇ ਨੇ ਕਰ ਦਿੱਤਾ ਹੈ। ਅਬਰ ਸੈਨ ਕੇ ਜੋ ਉਮਰਾਵ ਕੇਰ ਕੇਰ ਮਾਰੇ ਕਰ ਕਾਵ। ਔਰ ਹੋਰ ਵੀ ਜਿਤਨੇ ਤੁਰਕਾਂ ਦੀ ਸੈਨਾ ਦੇ ਵੱਡੇ ਜਰਨੈਲ ਉਮਰਾਵ ਭਾਵ ਵਜ਼ੀਰ ਮੰਤਰੀ ਸਨ, ਜਿਨ੍ਹਾਂ ਨੇ ਗੁਰੂ ਸਾਹਿਬਾਂ ਤੇ ਬਿਨਾਂ ਕਾਰਨ ਹਮਲੇ ਕੀਤੇ ਹਨ, ਉਹਨਾਂ ਸਾਰਿਆਂ ਨੂੰ ਫੜ ਫੜ ਕੇ ਮਾਰਦਾ ਜ਼ਖਮੀ ਕੀਤਾ ਹੈ ਜੀ। ਕਹੋ ਨਾ ਬਿਜੇ ਪਾਈ ਤੁਰਕਾਨਾ ਜੈ ਜੈ ਲਰੇ ਕਹਾਂ ਤਹਿਾਨਾ। ਔਰ ਇਉਂ ਤੁਰਕਾਂ ਨੂੰ ਕਿਤੇ ਵੀ ਜਿੱਤ ਪ੍ਰਾਪਤ ਨਹੀਂ ਹੋ ਰਹੀ। ਬੰਦਾ ਸਿੰਘ ਬਹਾਦਰ ਤੇ ਕਿਰਪਾ ਮੇਰੇ ਪ੍ਰੀਤਮ ਸ਼ਹਿਨਸ਼ਾਹ ਦੀ। ਭਾਈ ਬੰਦਾ ਸਿੰਘ ਬਹਾਦਰ ਆਪਣੇ ਸੂਬੇ ਥਾਪਦਾ ਜਾ ਰਿਹਾ ਹੈ। ਜਿਹੜੇ ਇਲਾਕੇ ਨੂੰ ਜਿੱਤ ਲੈਂਦਾ ਉੱਥੇ ਆਪਣੇ ਕਿਸੇ ਸਿੰਘ ਦੀ ਡਿਊਟੀ ਲਾ ਦਿੰਦਾ ਵੀ ਤੂੰ ਇੱਥੇ ਸੂਬੇਦਾਰ ਹੈ, ਹੁਣ ਤੂੰ ਇੱਥੋਂ ਦਾ ਕੰਮ ਚਲਾ। ਗੁਰ ਤੀਰਥ ਕੋ ਅਦਕ ਪ੍ਰਤਾਪੋ ਲਾਖੋ ਦੁਸ਼ਟਨ ਕੋ ਸੰਤਾਪੋ। ਔਰ ਗੁਰੂ ਤੀਰਥ, ਤੀਰਥ ਤੋਂ ਭਾਵ ਗੁਰੂ। ਜਿਵੇਂ ਤੀਰਥਾਂ ਦੁਨੀਆ ਪ੍ਰਤਾਪ ਮੰਨਦੀ ਆ, ਪਰ ਇੱਥੇ ਭਾਈ ਸਾਹਿਬ ਲਿਖਦੇ ਆ ਗੁਰੂ ਤੀਰਥ ਦਾ ਪ੍ਰਤਾਪ। ਜਿਸ ਤਰ੍ਹਾਂ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਤੀਰਥ ਦਾ ਪ੍ਰਤਾਪ ਕੋਈ ਗੰਗਾ ਨਦੀ ਦੇ, ਜਮਨਾ ਨਦੀ ਦੇ ਪਾਣੀ ਕਰਕੇ ਨਹੀਂ ਹੈਗਾ। ਉਸ ਦੇ ਉੱਪਰ ਬੈਠ ਕੇ ਅਨੇਕਾਂ ਰਿਸ਼ੀ ਮੁਨੀ ਆ ਕੇ ਤਪੱਸਿਆ ਭਜਨ ਬੰਦਗੀ ਕਰਿਆ ਕਰਦੇ ਸੀਗੇ, ਤਾਂ ਉਹਨਾਂ ਦੇ ਭਜਨ ਦਾ ਪ੍ਰਤਾਪ ਹੁੰਦਾ ਸੀ, ਜਿਸ ਕਰਕੇ ਉਹ ਨਦੀਆਂ ਤੀਰਥਾਂ ਦਾ ਨਾਮ ਪ੍ਰਾਪਤ ਕਰ ਗਈਆਂ। ਤੋ ਗੰਗਾ ਜਿਹੜੀ ਹੈ ਨਦੀ ਮਹਾਨ ਹੋ ਗਈ, ਉਹਦੇ ਕਿਨਾਰੇ 'ਤੇ ਆ ਕੇ ਰਿਸ਼ੀਆਂ ਮੁਨੀਆਂ ਨੇ ਜਪ ਤਪ ਕੀਤੇ ਆ। ਤਾਂ ਅੱਜ ਗੰਗਾ ਦੇ ਜਲ ਨੂੰ ਪਵਿੱਤਰ ਕਿਹਾ ਜਾਂਦਾ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੇ ਲਾਗੋ ਫਿਰ ਫਿਰਿਆ ਕਹਿਤ ਕਬੀਰ ਕਬੀਰ। ਪਰ ਵਡਿਆਈ ਤਾਂ ਨਾਮ ਦੀ ਹੈ ਨਾ ਸਾਰੀ। ਇਹ ਗੱਲ ਮੇਰੇ ਪ੍ਰੀਤਮ ਨੇ ਕਲੀਅਰ ਕੀਤੀ ਬਾਣੀ ਦੇ ਵਿੱਚ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ,
ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਤਾਂ ਇੱਥੇ ਗੁਰੂ ਤੀਰਥ ਕਹਿਣ ਦਾ ਮਤਲਬ ਕੀ ਹੈ ਕਿ ਗੁਰੂ ਹੀ ਵੱਡਾ ਤੀਰਥ ਹੈ। ਅਸਲ ਵਿੱਚ ਗੁਰੂ ਹੀ ਅੱਗੇ ਸੰਸਾਰ ਦਾ ਉਧਾਰ ਕਰਦਾ ਹੈ। ਇੱਕ ਉਹ ਗੰਗਾ ਹੈ ਜਿਹੜੀ ਕੇਵਲ ਧਰਤੀ 'ਤੇ ਚੱਲਦੀ ਹੈ, ਇੱਕ ਇਲਾਕੇ 'ਚ ਹੀ ਚੱਲਦੀ ਹੈ, ਜਿੱਥੋਂ ਜਿੱਥੋਂ ਵਗਦੀ ਹੈ ਉੱਥੇ ਉੱਥੇ ਵਗਦੀ ਹੈ। ਇੱਕ ਗੁਰੂ ਨੇ ਗੁਰਬਾਣੀ ਦੀ ਗੰਗਾ ਚਲਾਈ ਹੈ, ਇਹ ਆਲ ਵਰਲਡ ਵਿੱਚ ਹੀ ਫੈਲ ਚੁੱਕੀ ਹੈ। ਜਿੱਥੇ ਜਿੱਥੇ ਗੁਰਬਾਣੀ ਦੀ ਗੰਗਾ ਚੱਲਦੀ ਹੈ ਉੱਥੇ ਉੱਥੇ ਜੀਵਾਂ ਦਾ ਉਧਾਰ ਹੁੰਦਾ। ਖੈਰ, ਭਾਈ ਸਾਹਿਬ ਜੀ ਕਹਿੰਦੇ ਗੁਰੂ ਤੀਰਥ ਦਾ ਭਾਵ ਗੁਰੂ ਗੋਬਿੰਦ ਸਿੰਘ ਜੀ ਦਾ ਬੜਾ ਪ੍ਰਤਾਪ ਹੈ ਕਿ ਲੱਖਾਂ ਹੀ ਦੁਸ਼ਟਾਂ ਦਾ, ਤੁਰਕਾਂ ਦਾ ਖਾਤਮਾ ਕਰ ਦਿੱਤਾ ਜੀ। ਕਹੋ ਕਹਾ ਨਗਰ ਪਗਨ ਮਾਰੇ, ਦਰ ਦਰ ਸਨਮੁਖ ਮਾਰ ਨਿਵਾਰੇ। ਇਉਂ ਬੰਦਾ ਸਿੰਘ ਬਹਾਦਰ ਨੇ ਸਨਮੁਖ ਜੰਗ ਦੇ ਮੈਦਾਨ ਵਿੱਚ ਸਾਹਮਣੇ ਹੋ ਕੇ ਲੜ ਲੜ ਕੇ ਦੁਸ਼ਮਣਾਂ ਦਾ ਖਾਤਮਾ ਕੀਤਾ ਹੈ ਜੀ। ਈਸ਼ਨ ਵਿਖੇ ਅਮਲ ਨਿਜ ਕਰਿਓ, ਭਈ ਪਰਜਾ ਲਾਗਨ ਭਰਿਓ। ਔਰ ਹੁਣ ਅਮਲ ਦਾ ਮਤਲਬ ਹੈ ਰਾਜ। ਹੁਣ ਸਾਰੇ ਸੂਬਿਆਂ ਦੇ ਵਿੱਚ ਬੰਦਾ ਸਿੰਘ ਬਹਾਦਰ ਦਾ ਰਾਜ ਹੋ ਗਿਆ ਤੇ ਜਿਹੜੀ ਜਨਤਾ ਸੀਗੀ ਉਹ ਹੁਣ ਹਾਲਾ ਮਾਮਲਾ ਮੁਗਲਾਂ ਨੂੰ ਨਹੀਂ, ਬੰਦਾ ਸਿੰਘ ਬਹਾਦਰ ਨੂੰ ਦੇਣ ਲਈ ਤਿਆਰ ਹੋ ਗਈ। ਇਹਨੇ ਆਪਣੇ ਸੂਬੇਦਾਰ ਥਾਪ ਦਿੱਤੇ। ਜਿਹੜੇ ਇਹਦੇ ਕੋਲੇ ਵਧੀਆ ਵਧੀਆ ਚੜ੍ਹਦੀ ਕਲਾ ਦੇ ਨੌਜਵਾਨ ਸਿੰਘ ਸਨ, ਉਹਨਾਂ ਦੀ ਉਸ ਇਲਾਕੇ ਵਿੱਚ ਡਿਊਟੀ ਲਾ ਜਾਂਦਾ ਵੀ ਤੂੰ ਇੱਥੇ ਡਿਊਟੀ ਕਰ, ਤੂੰ ਇੱਥੇ ਰਾਜ ਕਰ, ਤੂੰ ਇੱਥੇ ਸੂਬੇਦਾਰ ਹੈ ਔਰ ਇੱਥੋਂ ਦਾ ਜਿਹੜਾ ਹਾਲਾ ਮਾਮਲਾ ਤੇਰੇ ਕੋਲੇ ਆਵੇਗਾ ਉਹ ਸਾਨੂੰ ਦੇਣਾ ਜੰਗਾਂ ਵਾਸਤੇ। ਤੇ ਔਰ ਮਗਰੇ ਹੀ ਬਹਾਦਰ ਸ਼ਾਹ ਵੀ ਲੱਗਿਆ ਹੋਇਆ। ਜਦੋਂ ਬਹਾਦਰ ਸਿੰਘ ਸ਼ਾਹ ਨੂੰ ਪਤਾ ਲੱਗਿਆ ਤਾਂ ਉਸ ਨੇ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਕੋਲ ਜਾ ਕੇ ਬੇਨਤੀ ਕੀਤੀ ਜੀ ਉਸ ਨੂੰ ਰੋਕੋ। ਪਾਤਸ਼ਾਹ ਕਹਿੰਦੇ ਮੈਂ ਨਹੀਂ ਕੁਝ ਕਰ ਸਕਦਾ, ਹੁਣ ਤਾਂ ਨਿਕਲ ਗਿਆ ਤੀਰ ਕਮਾਨ ਚੋਂ। ਤੈਨੂੰ ਕਿਹਾ ਸੀਗਾ ਵੀ ਤੂੰ ਸਾਨੂੰ ਆ ਮੇਨ ਬੰਦੇ ਫੜਾ ਦੇ, ਤੂੰ ਨਹੀਂ ਫੜਾਏ। ਹੁਣ ਤਾਂ ਉਹ ਆਪਦੀ ਮਰਜ਼ੀ ਕਰੂਗਾ, ਉਹਦੀ ਡਿਊਟੀ ਲਾਤੀ ਹੈ, ਹੁਣ ਤਾਂ ਸਾਰੇ ਬਦਲੇ ਲਊਗਾ। ਤੋ ਖਿਓਸ ਤੋਂ ਬਾਅਦ ਫਿਰ ਮਾਤਾ ਸੁੰਦਰੀ ਜੀ ਕੋਲ ਜਾ ਕੇ ਵੀ ਉਹਦੇ ਬੰਦਿਆਂ ਨੇ ਬੇਨਤੀ ਕੀਤੀ ਸੀ ਬੰਦਾ ਸਿੰਘ ਬਹਾਦਰ। ਖੈਰ ਆਪਾਂ ਇਹ ਕਹਾਣੀ ਅੱਗੇ ਚੱਲ ਕੇ ਆਵੇਗੀ। ਗੁਰੂ ਕਿਰਪਾ ਕਰਨ। ਭਾਈ ਸਾਹਿਬ ਜੀ ਕਹਿਣ ਲੱਗੇ ਇਤਨੇ ਮੈਂ ਦਿੱਲੀ ਤੇ ਲਸ਼ਕਰ ਆਏ ਲਾਖੋ ਸ਼ੋਰ ਮਹਾਤਰ। ਹੁਣ ਚੱਪੜਚਿੜੀ ਦੇ ਇਲਾਕੇ ਵਿੱਚ ਜੰਗ ਹੋ ਰਹੀ ਸੀ। ਗੁਰੂ ਪਿਆਰੋ, ਇੱਥੇ ਬਹੁਤ ਤੁਰਕਾਂ ਦਾ ਖਾਤਮਾ ਕਰ ਦਿੱਤਾ ਹੈ। ਦੇਸ਼ਾਂ ਦੇ ਵਿੱਚ ਬੰਦਾ ਸਿੰਘ ਬਹਾਦਰ ਦਾ ਹੁਕਮ ਚੱਲਣ ਲੱਗਿਆ। ਆ ਜਿਹੜਾ ਕਿਸਾਨਾਂ ਨੇ ਪਿੱਛੇ ਅੰਦੋਲਨ ਕੀਤਾ ਵੀ ਸਾਡੀਆਂ ਜ਼ਮੀਨਾਂ ਕਿਸੇ ਇੱਕ ਅਮੀਰਜ਼ਾਦੇ ਦੇ ਕੋਲ, ਕਿਸੇ ਅਬਾਨੀ ਰਾਣੀ ਕੋਲ ਚਲੀਆਂ ਜਾਣਗੀਆਂ ਤੇ ਅਸੀਂ ਉਸ ਦੇ ਨੌਕਰ ਬਣ ਜਾਵਾਂਗੇ, ਗੁਲਾਮ ਹੋ ਜਾਵਾਂਗੇ, ਆਪਣੀ ਮਰਜ਼ੀ ਕਰੇਗਾ ਫਿਰ ਉਹ। ਇਹ ਮਰਜ਼ੀ ਬੰਦਾ ਸਿੰਘ ਬਹਾਦਰ ਤੋਂ ਪਹਿਲਾਂ ਵੀ ਚੱਲਦੀ ਸੀ। ਕਹੋ ਸਤਨਾਮ। ਔਰ ਜਨਤਾ ਨੂੰ, ਕਿਸਾਨਾਂ ਨੂੰ ਲੋੜ ਮੁਤਾਬਕ ਖਰਚਾ ਪਾਣੀ ਦਿੱਤਾ ਜਾਂਦਾ ਤੇ ਉਹਨਾਂ ਤੋਂ ਕੰਮ ਕਰਾਇਆ ਜਾਂਦਾ। ਉਦੋਂ ਚੌਧਰੀ ਹੁੰਦੇ ਸੀਗੇ, ਉਹਨਾਂ ਨਾਮ ਚੌਧਰੀ ਹੁੰਦਾ ਸੀਗਾ ਔਰ ਆਪਣੇ ਆਪ ਨੂੰ ਹਜ਼ਾਰਾਂ ਕਿੱਲਿਆਂ ਦੇ ਮਾਲਕ ਸਮਝਦੇ ਸਨ ਤੇ ਜਨਤਾ ਤੋਂ ਆਪਣੀ ਮਰਜ਼ੀ ਨਾਲ ਕੰਮ ਕਰਾਉਂਦੇ ਸੀਗੇ। ਤੇ ਬੰਦਾ ਸਿੰਘ ਬਹਾਦਰ ਦੇ ਥੋੜ੍ਹੇ ਸਮੇਂ ਦੇ ਵਿੱਚ ਹੀ ਉਹ ਜਿਹੜੀਆਂ ਜ਼ਮੀਨਾਂ ਜ਼ਿਮੀਂਦਾਰ ਵਾਹੁੰਦੇ ਸੀਗੇ ਉਹਨਾਂ ਵਿੱਚ ਹੀ ਵੰਡਤੀਆਂ ਤੇ ਉਹਨਾਂ ਨੂੰ ਮਾਲਕ ਬਣਾਤਾ ਤੇ ਚੌਧਰੀਆਂ ਦਾ ਖਾਤਮਾ ਕਰ ਦਿੱਤਾ, ਜਿਹੜੇ ਆਪਣੇ ਆਪ ਨੂੰ ਜਨਤਾ ਨੂੰ ਗੁਲਾਮ ਬਣਾ ਕੇ ਬੈਠੇ ਸੀ। ਕਹੋ ਸਤਨਾਮ। ਇਹ ਬੰਦਾ ਸਿੰਘ ਬਹਾਦਰ ਨੇ ਫਿਰ ਉਸ ਵੇਲੇ ਕਾਰਜ ਕੀਤਾ ਕਿ ਆਮ ਜਨਤਾ ਨੂੰ ਜ਼ਮੀਨਾਂ ਦੇ ਮਾਲਕ ਬਣਾ ਦਿੱਤਾ ਸੀਗਾ। ਚਲੋ, ਬੰਦਾ ਸਿੰਘ ਬਹਾਦਰ ਦਾ ਰਾਜ ਹੋਣ ਲੱਗਿਆ, ਅਮਲ ਹੋਣ ਲੱਗਿਆ ਤੇ ਜਨਤਾ ਜਿਹੜੀ ਹੈ ਬੰਦਾ ਸਿੰਘ ਬਹਾਦਰ ਨੂੰ ਹਾਲਾ ਮਾਮਲਾ ਦੇਣ ਲੱਗੀ ਜੀ। ਸੁਣ ਬੰਦਾ ਸਨਮੁਖ ਹੀ ਗਿਓ, ਸਤ ਦਰਵ ਸਲਤਾ ਉਲੰਘਤ ਪਿਓ। ਇਤਨੇ ਗੁਰੂ ਪਿਆਰਿਓ ਦਿੱਲੀ ਵਾਲੇ ਪਾਸਿਓਂ ਲਸ਼ਕਰ ਸੱਦ ਲਿਆ। ਮੁਗਲਾਂ ਨੇ ਦਿੱਲੀ ਹੁਕਮ ਕਰ ਦਿੱਤਾ, ਸੁਨੇਹਾ ਭੇਜ ਦਿੱਤਾ ਕਿ ਜਿਹੜਾ ਬੰਦਾ ਸਿੰਘ ਬਹਾਦਰ ਹੈ ਬੜੀ ਤਰਥੱਲੀ ਮਚਾ ਰਿਹਾ ਹੈ ਤੇ ਇੱਧਰੋਂ ਫੌਜ ਭੇਜੋ। ਤੇ ਜਦ ਪਤਾ ਲੱਗਿਆ ਦਿੱਲੀ ਵੱਲੋਂ ਲਸ਼ਕਰ ਆ ਰਿਹਾ ਹੈ ਤੇ ਬੰਦਾ ਸਿੰਘ ਬਹਾਦਰ ਸਿੱਧਾ ਉਸ ਲਸ਼ਕਰ ਦੇ ਸਾਹਮਣੇ ਚੱਲ ਪਿਆ। ਲੁਧਵਨ ਨਗਰ ਮਾਰ ਕਰ ਡਰਿਓ, ਤੁਰਕਣ ਸੰਗ ਜੰਗ ਬੜ ਕਰਿਓ। ਤਾਂ ਮਾਝੇ ਚੋਂ ਵਾਪਸ ਚੱਲੇ ਆ, ਦਿੱਲੀ ਵੱਲੋਂ ਆ ਰਹੇ ਆ ਤੇ ਵਿਚਾਲੇ ਆ ਗਿਆ ਲੁਧਵਨ, ਭਾਵ ਲੁਧਿਆਣਾ। ਲੋਧੀਆਂ ਦਾ ਨਗਰ ਸੀ, ਨਾਮ ਸੀ ਲੋਧੀਆਂ ਦਾ ਇਲਾਕਾ। ਇਸ ਕਰਕੇ ਇਸ ਦਾ ਫਿਰ ਬਾਅਦ 'ਚ ਨਾਮ ਪੈ ਗਿਆ ਲੁਧਿਆਣਾ। ਤਾਂ ਲੁਧਿਆਣੇ ਦੇ ਇਲਾਕੇ ਵਿੱਚ ਜਾ ਕੇ ਫਿਰ ਇਸ ਨੇ ਹਮਲਾ ਕੀਤਾ ਹੈ। ਉੱਥੇ ਵੀ ਲੱਖਾਂ ਹੀ ਦੁਸ਼ਮਣ ਮਾਰਨੇ ਕੀਤੇ ਜੀ। ਤੋਪਕ ਤੋਪ ਜੈਨ ਚਲਾਵੈ, ਤੀਰ ਤਬਰ ਤੋਂ ਮਰਸੋ ਪਰਮਾਵੈ। ਸ਼ਾਸਤਰਾਂ ਦਾ ਕੋਈ ਘਾਟਾ ਨਹੀਂ ਹੈ, ਤੋਪਾਂ, ਬੰਦੂਕਾਂ, ਹਰ ਤਰ੍ਹਾਂ ਦੇ ਸ਼ਾਸਤਰ ਹੁਣ ਬੰਦਾ ਸਿੰਘ ਬਹਾਦਰ ਦੀ ਫੌਜ ਕੋਲੇ ਹੈ।
ਇਹ ਇਸ ਤਰ੍ਹਾਂ ਤੁਪਕਾਂ ਬੰਦੂਕਾਂ ਚਲਾਉਂਦਾ ਹੋਇਆ ਤੁਰਿਆ ਜਾ ਰਿਹਾ ਹੈ ਜੀ। यो पेड़ ओढ़ को पारा सो लश्कर भी लड़कर मारा। ਔਰ ਉਹ ਜਿਹੜਾ ਦਿੱਲੀੋਂ ਲਸ਼ਕਰ ਆਇਆ ਸੀ ਉਸ ਦੇ ਨਾਲ ਭੇੜ ਪੈ ਗਿਆ, ਭਾਵ ਸਾਹਮਣਾ ਹੋ ਗਿਆ, ਟਕਰਾਅ ਹੋ ਗਿਆ। ਤੇ ਇੱਥੇ ਵੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਬੰਦਾ ਸਿੰਘ ਬਹਾਦਰ ਤੇ, ਔਰ ਉਹ ਲਸ਼ਕਰ ਮਾਰਿਆ ਗਿਆ ਜੀ। इसी देश के पुरगन ग्रामो लूटे कोट उजारे तामो। ਇਸ ਤਰ੍ਹਾਂ ਉਸ ਇਲਾਕੇ ਦੇ ਵਿੱਚ, ਕਿਉਂਕਿ ਬੰਦਾ ਸਿੰਘ ਬਹਾਦਰ ਦੇ ਨਾਲ ਕੇਵਲ ਸਿੰਘਾਂ ਦੀ ਫੌਜ ਹੀ ਨਹੀਂ ਸੀ, ਗੁਰੂ ਪਿਆਰਿਓ ਚੜ੍ਹਦੇ ਸੂਰਜ ਨੂੰ ਵੇਖ ਕੇ ਹਰੇਕ ਹੀ ਉਹਨਾਂ ਨਾਲ ਰਲ ਜਾਂਦਾ ਹੈਗਾ। ਇਸੇ ਤਰ੍ਹਾਂ ਬੰਦਾ ਸਿੰਘ ਦੀ ਚੜ੍ਹਦੀ ਕਲਾ ਦੇਖ ਕੇ ਤੇ ਬਹੁਤ ਸਾਰੇ ਲਟੇਰੇ ਵੀ ਇਹਦੇ ਵਿੱਚ ਆ ਕੇ ਰਲ ਗਏ। ਤਾਂ ਉਹਨਾਂ ਨੇ ਕੀ ਕੀਤਾ, ਲੁੱਟਮਾਰ ਕਰਨੀ ਸ਼ੁਰੂ ਕੀਤੀ। ਭਾਵੇਂ ਕਿ ਇਤਿਹਾਸ ਦੇ ਵਿੱਚ ਇਹ ਲਿਖਿਆ ਹੋਇਆ ਹੈ, ਜੋ ਸੱਚ ਸੀ ਉਹ ਲਿਖਿਆ ਹੋਇਆ ਹੈ, ਪਰ ਇਹ ਲੁੱਟਣਾ ਜਿਹੜਾ ਹੈ ਬੰਦਾ ਸਿੰਘ ਬਹਾਦਰ ਦੇ ਸਿੰਘਾਂ ਦਾ ਕੰਮ ਨਹੀਂ, ਜਿਹੜੇ ਨਾਲ ਰਲ ਗਏ, ਜਿਨ੍ਹਾਂ ਨੇ ਜੰਗਾਂ ਦੇ ਵਿੱਚ ਸਾਥ ਵੀ ਦਿੱਤਾ ਤੇ ਜਿਨ੍ਹਾਂ ਨੇ ਫਿਰ ਤੁਰਕਾਂ ਦੇ ਘਰਾਂ ਵਿੱਚ ਜੋ ਸੋਨਾ ਚਾਂਦੀ ਮਾਇਆ ਮਿਲੀ ਉਹ ਲੁੱਟਮਾਰ ਵੀ ਕੀਤੇ। ਕੋਹਤ ਬਾਬੇ में पे प्रवेश चीनत धन रिपहते अशेष। ਤਾਂ ਇਸ ਨੇ ਇਹ ਹਮਲਾ ਜਿਹੜਾ ਲੁਧਿਆਣੇ ਦੇ ਲਾਗੇ ਜਾ ਕੇ ਲੋਕ ਲਿਆ ਲਸ਼ਕਰ ਜਿਹੜਾ ਦਿੱਲੀ ਤੋਂ ਆ ਰਿਹਾ ਸੀਗਾ, ਉਹ ਲਸ਼ਕਰ ਨੂੰ ਮਾਰ ਕਰਕੇ ਉੱਥੋਂ ਫਿਰ ਬੰਦਾ ਸਿੰਘ ਬਹਾਦਰ ਵਾਪਸ ਦੁਆਬੇ ਵੱਲ ਚਲਿਆ ਜੀ। नगर दक्षिणी को तब मारियो फिरे महादल सकल उजारियो। तो इधर कोई नगर है जिस दा नाम है दक्षिणी, ਤਾਂ ਉਸ ਦੱਖਣੀ ਨਗਰ ਦੇ ਉੱਤੇ ਹਮਲਾ ਕੀਤਾ ਹੈ ਤੇ ਉਥੋਂ ਦੇ ਲੋਕਾਂ ਦਾ ਵੀ ਖਾਤਮਾ ਕੀਤਾ ਹੈ ਜੀ। ਕੋਨ ਗੁਰਦਾਸਪੁਰੇ ਕੋ ਲੂਟਾ ਸਨਮੁਖ ਲਰਿਓ ਲੀਨ ਸੋ ਕੂਟਾ। ਫਿਰ ਗੁਰਦਾਸਪੁਰ ਪਹੁੰਚ ਗਿਆ ਹੈ, ਉੱਥੇ ਜਾ ਹਮਲਾ ਕੀਤਾ ਗੁਰੂ ਪਿਆਰੂ ਸਨਮੁਖ ਸਾਹਮਣੇ ਹੋ ਕੇ, ਔਰ ਉਥੋਂ ਦੇ ਲੋਕਾਂ ਨੂੰ ਵੀ ਖਤਮ ਕੀਤਾ ਹੈ ਜੋ ਤੁਰਕਾਂ ਦੇ ਨਾਲ ਮੁਗਲਾਂ ਨਾਲ ਰਲੇ ਹੋਏ ਸਨ। ਇਸ ਵਿਦ ਸਗਰੋ ਕਥਾ ਪ੍ਰਸੰਗ ਰਾਮ ਕੋ ਆਇਰ ਕੇ ਸ਼੍ਰੋਤਨ ਸੰਗ। ਤੇ ਇਹ ਸਾਰੀ ਕਥਾ ਮੈਂ ਆਪ ਜੀ ਨੂੰ ਹਰ ਵਾਰੀ ਲਗਭਗ ਦੱਸ ਦਿੰਨੇ ਆ, 10-15 ਦਿਨਾਂ ਬਾਅਦ ਆਪਾਂ ਗੱਲ ਸਹੀ ਕਰਦੇ ਆ ਕਿ ਇਹ ਕਥਾ ਰਾਮ ਕੋਇਰ ਗੁਰਬਖਸ਼ ਸਿੰਘ ਬਾਬਾ ਬੁੱਢਾ ਕੇ ਵੰਸ਼ਜ ਜੋ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ 9 ਸਾਲ ਦੀ ਉਮਰ ਟਿੱਕਾ ਦਿੰਦੇ ਆ, ਤਿਲਕ ਲਾਉਂਦੇ ਆ, ਤੇ ਜਿਨ੍ਹਾਂ ਦੀ ਉਮਰ ਉਦੋਂ 2 ਸਾਲ ਦੀ ਆ, ਇਹਨਾਂ ਨੇ ਗੂਠੇ ਨਾਲ ਹੀ ਤਿਲਕ ਲਵਾਇਆ ਗਿਆ ਸੀਗਾ, ਕਿਉਂਕਿ ਬਖਸ਼ਿਸ਼ ਬਾਬੇ ਬੁੱਢੇ ਕਿਆ ਨੂੰ ਸੀਗੀ। ਤਾਂ ਉਹ ਰਾਮ ਕੌਰ ਜੀ ਜਦ ਵੱਡੀ ਉਮਰ ਦੇ ਹੋਏ, ਧੰਨ ਗੁਰੂ ਗੋਬਿੰਦ ਸਿੰਘ ਜੀ ਅਲੋਪ ਹੋ ਗਏ। ਉਸ ਤੋਂ ਬਾਅਦ ਰਾਮ ਕੌਰ ਜੀ ਹਨ ਤੇ ਉਹਨਾਂ ਨੂੰ ਸੰਗਤਾਂ ਨੇ ਬੇਨਤੀ ਕੀਤੀ ਸੀ ਕਿ ਬਾਬਾ ਜੀ ਅਸੀਂ ਚਾਹੁੰਦੇ ਹਾਂ, ਜਿਵੇਂ ਬਾਬੇ ਨਾਨਕ ਦਾ ਇਤਿਹਾਸ ਲਿਖਿਆ ਹੋਇਆ, ਜਨਮ ਸਾਖੀ ਭਾਈ ਬਾਲੇ ਵਾਲੀ ਮਸ਼ਹੂਰ ਹੋ ਗਈ ਸੀ ਉਦੋਂ, ਉਸੇ ਤਰ੍ਹਾਂ ਹੀ ਅਸੀਂ ਚਾਹੁੰਦੇ ਹਾਂ ਦੂਜੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਸਿੰਘਾਂ ਤੱਕ ਦਾ ਇਤਿਹਾਸ ਲਿਖਿਆ ਜਾਵੇ। ਤੇ ਰਾਮ ਕੌਰ ਜੀ ਨਿਮਰਤਾ ਸਹਿਰ ਕਹਿੰਦੇ ਭਾਈ ਫਿਰ ਮੈਂ ਕੀ ਕਰ ਸਕਦਾ, ਮੈਂ ਤਾਂ 10ਵੇਂ ਪਾਤਸ਼ਾਹ ਵੇਲੇ ਜਨਮ ਲਿਆ, ਮੈਂ ਦੂਜੇ ਪਾਤਸ਼ਾਹ ਤੋਂ ਲੈ ਕੇ ਕਿਵੇਂ ਲਿਖਾਵਾਂਗਾ। ਤੇ ਸੰਗਤਾਂ ਨੇ ਕਿਹਾ ਬਾਬਾ ਜੀ ਤੁਹਾਡੇ ਤੇ ਗੁਰੂ ਨਾਨਕ ਜੀ ਦੀ ਬਖਸ਼ਿਸ਼ ਹੈ, ਬਚਨ ਹੈ। ਔਰ ਉਹਨਾਂ ਨੇ ਇੱਕ ਵਾਰੀ ਆਪ ਜੀ ਦੇ ਵੱਡਿਆਂ ਨੂੰ, ਬਾਬੇ ਬੁੱਢੇ ਨੂੰ ਕਿਹਾ ਸੀਗਾ ਕਿ ਬੁੱਢਿਆ ਮੈਂ ਦੁਨੀਆ ਤੋਂ ਭਾਵੇਂ ਓਲੇ ਹੋ ਜਾ ਪਰ ਤੈਥੋਂ ਓਲੇ ਨਹੀਂ ਹੋਵਾਂਗਾ, ਤੇ ਜੇ ਤੁਸੀਂ ਲਿਖਾਉਣ ਲੱਗ ਜਾਓ ਤੇ ਗੁਰੂ ਨਾਨਕ ਆਪੇ ਕਿਰਪਾ ਕਰ ਦੇਣਗੇ। ਤਾਂ ਇਉਂ ਫਿਰ ਸਾਰਿਆਂ ਨੇ ਕੜਾਹ ਪ੍ਰਸ਼ਾਦ ਦੇਗ ਬਣਾ ਕਰਕੇ ਅਰਦਾਸ ਬੇਨਤੀ ਕੀਤੀ ਤੇ ਇਹ ਸਾਰੀ ਕਥਾ ਫਿਰ ਰਾਮ ਕੌਰ ਜੀ ਦੇ ਮੁਖ 'ਚੋਂ ਉਚਾਰਨ ਹੋਈ। ਫਿਰ ਉਹਨਾਂ ਸਾਖੀਆਂ ਨੂੰ ਲੈ ਕਰਕੇ, ਉਹਨਾਂ ਵਾਰਤਾਵਾਂ ਨੂੰ ਲੈ ਕਰਕੇ ਭਾਈ ਸੰਤੋਖ ਸਿੰਘ ਕਵੀ ਨੇ ਛੰਦਾਬੰਦੀ ਵਿੱਚ ਲਿਖਣਾ ਕੀਤਾ। ਤੋ ਇੱਥੇ ਸਪੈਸ਼ਲ ਲਿਖਦੇ ਨੇ ਭਾਈ ਸਾਹਿਬ ਜੀ, ਕਹਿੰਦੇ ਇਸ ਤਰ੍ਹਾਂ ਇਹ ਸਾਰਾ ਪ੍ਰਸੰਗ ਜਿਹੜਾ ਰਾਮ ਕੌਰ ਜੀ ਸਰੋਤਿਆਂ ਨਾਲ ਸਾਂਝਾ ਕਰਦੇ ਹਨ। ਵੱਡੇ ਜੁਦ ਕਰ ਦੁਰਜਨ ਕਾਏ ਹਮ ਵੀ ਤਬ ਮਿਲਨੇ ਹਿਤ ਆਏ। ਤਾਂ ਰਾਮ ਕੌਰ ਜੀ ਕਹਿਣ ਲੱਗੇ ਜਦੋਂ ਇਸ ਤਰ੍ਹਾਂ ਵੱਡੇ ਜੰਗ ਹੋਏ ਤੇ ਅਸੀਂ ਵੀ ਉਦੋਂ ਮਿਲਣ ਲਈ ਆਏ ਸਾਂ। ਬਹੁ ਲੋਕਨ ਬਿਰਤੰਤ ਹਮਾਰਾ ਬੰਦੇ ਕੋ ਸੁਨਾਏ ਕਰ ਸਾਰਾ। ਤੇ ਕਿਉਂਕਿ ਜਨਤਾ ਨੇ ਬੰਦਾ ਸਿੰਘ ਬਹਾਦਰ ਨੂੰ ਸਾਡੇ ਬਾਰੇ ਦੱਸਤਾ ਸੀਗਾ ਵੀ ਇਹ ਬਾਬੇ ਬੁੱਢੇ ਦੀ ਵੰਸ਼ ਵਿੱਚੋਂ ਹੈ, ਇਹਨਾਂ ਵਿੱਚ ਬੜੀ ਸ਼ਕਤੀ ਆ, ਅਧਿਆਤਮਕ ਸ਼ਕਤੀ ਅੰਦਰੂਨੀ ਹੈਗੀ ਗੁਰੂ ਪਿਆਰਿਓ। ਜਿਵੇਂ ਇੱਕ ਦਿਨ ਮਾਤਾ ਗੁਜਰੀ ਜੀ ਕਹਿਣ ਲੱਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ, ਕਹਿੰਦੇ ਪੁੱਤਰ ਮੈਂ ਸੁਣਿਆ ਹੈ ਬ੍ਰਹਮ ਗਿਆਨੀ ਦਿਲਾਂ ਦੀਆਂ ਬੁੱਝ ਲੈਂਦੇ ਆ, ਤੇ ਅੱਜ ਵੀ ਕੋਈ ਹੈ ਬ੍ਰਹਮ ਗਿਆਨੀ? ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮਾਤਾ ਜੀ ਜੇ ਤੁਸੀਂ ਬ੍ਰਹਮ ਗਿਆਨੀ ਦੇ ਦਰਸ਼ਨ ਕਰਨੇ ਨਾ ਤੇ ਸੁਬਾਹ ਉੱਠ ਕੇ ਇਸ਼ਨਾਨ ਪਾਣੀ ਕਰਕੇ ਤਿਆਰ ਪ੍ਰਤਿਆਰ ਹੋ ਕੇ ਆਪਣੇ ਹੱਥੀਂ ਪ੍ਰਸ਼ਾਦਾ ਤਿਆਰ ਕਰੋ ਤੇ ਮਨ ਵਿੱਚ ਫੁਰਨਾ ਬਣਾਇਓ ਕਿ ਬ੍ਰਹਮ ਗਿਆਨੀ ਆ ਕੇ ਛਕ ਲੈਣ।
ਮਾਤਾ ਜੀ ਕਹਿਣ ਲੱਗੇ ਠੀਕ ਆ। ਦੂਸਰਾ ਦਿਨ ਹੋਇਆ, ਮਾਤਾ ਗੁਜਰੀ ਜੀ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਪਾਣ ਕੀਤਾ ਔਰ ਪ੍ਰਸ਼ਾਦਾ ਬਣਾ ਰਹੇ ਤੇ ਅਰਦਾਸ ਕਰ ਰਹੇ ਹੈ, ਜਿੱਥੇ ਵੀ ਕਿਤੇ ਕੋਈ ਸਤਿਗੁਰ ਦਾ ਬਖਸ਼ਿਆ ਗੁਰੂ ਕਾ ਸਿੱਖ ਬ੍ਰਹਮ ਗਿਆਨੀ ਹੈ ਤੇ ਆ ਕੇ ਪ੍ਰਸ਼ਾਦਾ ਛਕੇ। ਔਰ ਇਧਰ ਸੁਬਾ ਪ੍ਰਸ਼ਾਦਾ ਤਿਆਰ ਕਰ ਲਿਆ। ਇਧਰ ਭਾਈ ਰਾਮ ਕੌਰ ਜੀ ਗੁਰੂ ਪਿਆਰਿਓ ਉਸ ਵੇਲੇ ਆਪਣੇ ਇਲਾਕੇ 'ਚ ਬਾਬੇ ਬੁੱਢੇ ਕੀ ਬੀੜ, ਤੇ ਉਥੋਂ ਅਚਾਨਕ ਹੀ ਤੜਕੇ ਸਿੱਖ ਸੰਗਤਾਂ ਨੂੰ ਕਹਿੰਦੇ ਵੀ ਮੈਂ ਜਾਣਾ ਕਿਤੇ ਤੇ ਤੁਸੀਂ ਵੀ ਆ ਜਿਓ, ਮੇਰੀ ਘੋੜੀ ਤੇ ਕਾਠੀ ਪਾਓ। ਉਹਨਾਂ ਦੀ ਘੋੜੀ ਤੇ ਕਾਠੀ ਪਾਈ, ਉਹ ਘੋੜੀ ਤੇ ਚੜ੍ਹੇ ਤੇ ਹੁਣ ਦੇਖੋ ਵੀ ਬਾਬੇ ਬੁੱਢੇ ਕੀ ਬੀੜ ਤੋਂ ਅਨੰਦਪੁਰ ਸਾਹਿਬ ਕਿੰਨੀ ਦੂਰ ਆ, ਤੇ ਪ੍ਰਸ਼ਾਦਾ ਵੀ ਜਲਦੀ ਛਕਣਾ। ਘੋੜੀ ਤੇ ਚੱਲੇ, ਕੁਝ ਸਮਾਂ ਉਹਨਾਂ ਨੇ ਚੱਲਣਾ ਕੀਤਾ, ਪਰ ਹੁਣ ਇੱਥੇ ਕੋਈ ਦੇਖਦਾ ਤਾਂ ਹੈ ਨਹੀਂ ਵੀ ਕਰਾਮਾਤ ਵਰਤਾਈ ਆ, ਪਰ ਕਰਾਮਾਤ ਉਹਨਾਂ ਨੇ ਗੁਪਤ ਵਰਤਾਈ ਆ। ਤਾਂ ਗੁਰੂ ਪਿਆਰਿਓ ਜਦੋਂ ਅੱਧਾ ਰਸਤਾ ਤੈਅ ਕਰ ਲਿਆ, ਅੱਧਾ ਪੈਂਡਾ ਤੈਅ ਕਰ ਲਿਆ, ਇੱਕ ਥਾਂ ਤੇ ਦੁਪਹਿਰ ਦਾ ਆਰਾਮ ਕਰਕੇ ਤੇ ਫੇਰ ਘੋੜੀ ਤੇ ਚੜ੍ਹੇ, ਤੇ ਉਹ ਘੋੜੀ ਇਉਂ ਹਵਾ ਦੀ ਤਰ੍ਹਾਂ ਉੜਦੀ ਜਾਂਦੀ, ਕਹਿੰਦੇ ਲੋਕਾਂ ਨੇ ਦੇਖੀ ਆ ਵੀ ਇੰਨੀ ਤੇਜ਼ ਘੋੜੀ ਜਾ ਰਹੀ ਹੈ ਜਿਹਦਾ ਪੈਰ ਧਰਤੀ ਤੇ ਨਹੀਂ ਲੱਗ ਰਿਹਾ। ਤੇ ਜਿਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਅਨੰਦਪੁਰ ਸਾਹਿਬ ਪਹੁੰਚੇ, ਦੀਵਾਨ ਦੇ ਵਿੱਚ ਜਾ ਕੇ ਪਹਿਲਾਂ ਮੱਥਾ ਟੇਕਿਆ, ਨਮਸਕਾਰ ਕੀਤੀ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਬਾਬਾ ਜੀ ਆ ਗਏ ਤੁਸੀਂ? ਹਾਂ ਜੀ, ਭੁੱਖ ਬਹੁਤ ਲੱਗੀ ਸੀ। ਕਹਿੰਦੇ ਜਾਓ ਫਿਰ, ਮਾਤਾ ਜੀ ਤਿਆਰ ਕਰਕੇ ਬੈਠੇ ਆ। ਕਹੋ ਸਤਨਾਮ ਸੀ। ਰਾਮ ਕੌਰ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਘਰੇ ਭੇਜਿਆ। ਫਿਰ ਘਰੇ ਜਾ ਕੇ ਵੀ ਇਹੀ ਗੱਲ ਕਹੀ, ਮਾਤਾ ਜੀ ਪ੍ਰਸ਼ਾਦਾ ਛਕਾਓ। ਉਹ ਕਹਿਣ ਲੱਗੇ ਬਾਬਾ ਜੀ ਤੁਸੀਂ ਕਿੱਥੋਂ ਆਏ? ਕਹਿੰਦੇ ਜੀ ਅਸੀਂ ਤਾਂ ਬਸ ਸਤਿਗੁਰ ਲੈ ਆਏ ਬਾਬੇ ਬੁੱਢੇ ਕੀ ਬੀੜ ਤੋਂ, ਸੁਬਾਹ ਹੀ ਚੱਲੇ ਸੀਗੇ। ਸਾਰੀ ਗੱਲਬਾਤ ਹੋਈ। ਖੈਰ ਭਾਵੇਂ ਦੱਸਣਾ ਨਹੀਂ ਸੀ ਚਾਹੁੰਦੇ, ਪਰ ਗੱਲਾਂ ਬਾਤਾਂ ਦੇ ਇਸ਼ਾਰੇ ਨਾਲ ਪਤਾ ਲੱਗ ਗਿਆ ਬਈ ਇਹ ਬਾਬੇ ਬੁੱਢੇ ਕੀ ਬੀੜ ਤੋਂ ਚੱਲੇ ਤੇ ਦੁਪਹਿਰ ਤੱਕ ਪ੍ਰਸ਼ਾਦਾ ਛਕਣ ਵਾਸਤੇ ਉੱਥੇ ਪਹੁੰਚ ਗਏ। ਖੈਰ ਇਹ ਅਧਿਆਤਮਕ ਸ਼ਕਤੀ ਆ। ਤੇ ਇਹ ਭਾਈ ਸਾਹਿਬ ਜੀ ਇੱਥੇ ਕਹਿ ਰਹੇ ਨੇ, ਰਾਮ ਕੌਰ ਜੀ ਕਹਿੰਦੇ ਆਮ ਸਿੱਖਾਂ ਨੇ, ਸੰਗਤਾਂ ਨੇ ਬੰਦਾ ਸਿੰਘ ਬਹਾਦਰ ਨੂੰ ਸਾਡੇ ਬਾਰੇ ਦੱਸ ਦਿੱਤਾ ਸੀ। ਵੱਡੇ ਜੁਦ ਕਰ ਦੁਰਜਨ ਕਾਏ, ਹਮ ਵੀ ਤਬ ਮਿਲਨੇ ਹਿਤ ਆਏ। ਤੇ ਇਸ ਤਰ੍ਹਾਂ ਜਦੋਂ ਬੜੇ ਯੁੱਧ ਬੰਦਾ ਸਿੰਘ ਬਹਾਦਰ ਨੇ ਕੀਤੇ, ਅਸੀਂ ਵੀ ਦਰਸ਼ਨ ਕਰਨ ਲਈ ਗਏ ਸੀ। ਬਹੁਤ ਲੋਕਣ ਬਿਰਤੰਤ ਹਮਾਰਾ, ਬੰਦੇ ਕੋ ਸੁਨਾਏ ਕਰ ਸਾਰਾ। ਸਾਡੇ ਬਾਰੇ ਪਹਿਲਾਂ ਹੀ ਸਿੱਖਾਂ ਨੇ ਬੰਦਾ ਸਿੰਘ ਨੂੰ ਦੱਸ ਦਿੱਤਾ ਸੀ ਕਿ ਇਹ ਗੁਰੂ ਦੇ ਬੜੇ ਨੇੜੇ ਹਨ, ਇਹ ਉਹ ਹਨ ਜਿਨ੍ਹਾਂ ਨੂੰ ਬਾਬੇ ਨਾਨਕ ਦੀ ਬਖਸ਼ਿਸ਼ ਹੈ, ਬਾਬਾ ਬੁੱਢਾ ਜੀ ਦੇ ਵੰਸ਼ਜ। ਤਾਂ ਸਾਦਰ ਮੇਲ ਪਿਓ ਹਰ ਖਾਏ, ਰਾਖਿਓ ਸੰਗ ਹਮੇ ਤਿਸ ਥਾਏ। ਬੰਦਾ ਸਿੰਘ ਬਹਾਦਰ ਨੇ ਬੜੇ ਸਤਿਕਾਰ ਨਾਲ ਮਿਲਣਾ ਕੀਤਾ ਔਰ ਮੈਨੂੰ ਆਪਣੇ ਕੋਲ ਰੱਖਿਆ ਹੈ ਜੀ। ਸਾਦੇ ਦੇਸ਼ ਮਵਾਸੀ ਸਾਰੇ, ਚਾਹੋ ਸੁਦਾਸਰ ਪੁੰਨ ਦੀਦਾਰੇ। ਇਸ ਤਰ੍ਹਾਂ ਮਵਾਸੀ ਹੁੰਦੇ ਆ ਆਕੀ, ਜਿਹੜੇ ਆਮ ਜਨਤਾ ਦੇ ਉਲਟ ਆਪਣੀਆਂ ਕੁਰਸੀਆਂ ਦੀ, ਪਦਵੀਆਂ ਦੀ ਸ਼ਕਤੀ ਨੂੰ ਲੈ ਕੇ ਜਨਤਾ ਨੂੰ ਦੁੱਖ ਦੇਣ ਵਾਲੇ ਸਨ। ਉਸ ਸਮੇਂ ਉਹਨਾਂ ਸਾਰਿਆਂ ਨੂੰ ਸਿੱਧੇ ਰਸਤੇ ਪਾਇਆ, ਸਾਧਨਾ ਕੁਛ ਮਾਰ ਦਿੱਤੇ, ਕੁਝ ਡਰਦੇ ਗੁਰੂ ਪਿਆਰਿਓ ਆਪਣਾ ਸੁਭਾਅ ਬਦਲਣ ਲੱਗੇ। ਸਾਰਿਆਂ ਨੂੰ ਆਕੀ ਲੋਕਾਂ ਨੂੰ ਸਾਧ ਕੇ ਬੰਦਾ ਸਿੰਘ ਬਹਾਦਰ ਨੇ ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰਨੇ ਚਾਹੇ ਜੀ। ਘਟਾ ਮੈਂ ਨੰਦ ਮਿਲੰਦ ਚਮਵਤ, ਸਿੰਘ ਹਜ਼ਾਰੋਂ ਮਿਲੇ ਹਰ ਇੱਕ ਚਿਤ। ਘਟਾ ਦੀ ਤਰ੍ਹਾਂ ਜਿਵੇਂ ਕਾਲੀ ਬੋਲੀ ਬਦਲੀਆਂ ਆਉਂਦੀਆਂ, ਇਸੇ ਤਰ੍ਹਾਂ ਹੀ ਬੰਦਾ ਸਿੰਘ ਬਹਾਦਰ ਨਾਲ ਫੌਜਾਂ, ਘਟਾ ਦੀ ਨਿਆਈ ਬਹੁਤ ਸਾਰੀ ਫੌਜ ਹੈ, ਹਜ਼ਾਰਾਂ ਦੀ ਗਿਣਤੀ ਵਿੱਚ। ਅਤੇ ਦੁਦਬ ਭਜੇ ਹਜ਼ਾਰੋਂ ਆਗੇ, ਦੂਰ ਦੂਰ ਕੇ ਨਰਗਨ ਭਾਗੇ। ਔਰ ਅੱਗੇ ਅੱਗੇ ਨਗਾਰੇ ਢੋਲ ਵੱਜਦੇ ਜਾ ਰਹੇ ਆ। ਹੁਣ ਤਾਂ ਸਾਜੋ ਸਮਾਨ ਦਾ ਅੰਤ ਹੀ ਕੋਈ ਨਹੀਂ। ਜਿੱਥੇ ਜੰਗ ਹੁੰਦੀ ਆ ਉੱਥੇ ਘੋੜੇ ਵੀ ਮਿਲ ਜਾਂਦੇ ਆ, ਸ਼ਸਤਰ ਵੀ ਹੱਥ ਆ ਜਾਂਦੇ ਆ, ਨਗਾਰੇ ਢੋਲ ਵੀ ਮਿਲ ਜਾਂਦੇ ਆ। ਅੱਗੇ ਅੱਗੇ ਗੁਰੂ ਪਿਆਰੋ ਨਗਾਰੇ ਢੋਲ ਵੱਜਦੇ ਜਾ ਰਹੇ ਹੈ ਤੇ ਦੁਨੀਆ ਦੇਖ ਕੇ ਡਰਦੀ ਹੀ ਪਾਸੇ ਹੋ ਜਾਂਦੀ ਹੈ। ਦਿੱਲੀ ਮੇ ਦਬਕਾ ਬਹੁ ਪਰਿਓ, ਜਿਤ ਕਿਤ ਦੇਸ਼ ਤਰਾਸ ਮੇ ਭਰਿਓ। ਉਹ ਦਿੱਲੀ ਤੱਕ ਗੁਰੂ ਪਿਆਰਿਓ ਹਲ ਗਿਆ। ਦਿੱਲੀ ਤੱਕ ਧਰਤੀ ਹੱਲਣ ਲੱਗੀ ਆ। ਬੰਦਾ ਸਿੰਘ ਦੀ ਬਹਾਦਰ ਦੀ ਐਨੀ ਧਾਂਕ ਪੈ ਗਈ ਆ। ਬਹਾਦਰ ਸ਼ਾਹ ਵੀ ਉੱਥੇ ਬੈਠਾ ਕੰਬਣ ਲੱਗਿਆ ਬਈ ਇਹ ਕੌਣ ਭੇਜਤਾ ਗੁਰੂ ਗੋਬਿੰਦ ਸਿੰਘ ਨੇ, ਜਿਹਨੇ ਸਾਰਾ ਦੇਸ਼ ਹੀ ਹਿਲਾ ਕੇ ਰੱਖ ਦਿੱਤਾ ਹੈ। ਇਸ ਤਰ੍ਹਾਂ ਗੁਰੂ ਪਿਆਰਿਓ ਦਿੱਲੀ ਵਿੱਚ ਵੀ ਡਰ ਪੈਦਾ ਹੋ ਗਿਆ। ਜਿੱਥੇ ਕਿੱਥੇ ਦੇਸ਼ ਵਿੱਚ ਬੰਦਾ ਸਿੰਘ ਬਹਾਦਰ ਦੀਆਂ ਗੱਲਾਂ
ਹੋਣ ਲੱਗੀਆਂ। ਛੋਰ ਛੋਰ ਤਾਮਣ ਕੋ ਭਾਗੇ, ਅਰੇ ਨਾ ਲੜੇ ਤੁਰਕ ਰਣ ਤਿਆਗੇ। ਹੁਣ ਜਦੋਂ ਵੇਖਿਆ ਵੀ ਇੰਨੀਆਂ ਜੰਗਾਂ ਬੰਦਾ ਸਿੰਘ ਬਹਾਦਰ ਦੇ ਨਾਲ ਤਕੜੇ ਤਕੜੇ ਲਸ਼ਕਰਾਂ ਨੇ ਕੀਤੀਆਂ, ਉਹ ਲਸ਼ਕਰ ਮਾਰੇ ਗਏ, ਤੇ ਇਹਨੂੰ ਕੌਣ ਰੋਕਣ ਵਾਲਾ ਹੈ? ਕਿਹੜਾ ਝੱਲੇ ਗੁਰੂ ਦੀ ਝਾਲਾ, ਪਿੱਛੇ ਪਾਵਰ ਤਾਂ ਮੇਰੇ ਪ੍ਰੀਤਮ ਦੀ ਕੰਮ ਕਰ ਰਹੀ ਆ। ਇਸ ਕਰਕੇ ਹੁਣ ਤੁਰਕਾਂ ਨੇ, ਮੁਗਲਾਂ ਨੇ ਲੜਨ ਦੀ ਸਲਾਹ ਛੱਡ ਕੇ, ਆਪਣੇ ਘਰ ਛੱਡ ਕੇ ਭੱਜਣਾ ਹੀ ਠੀਕ ਸਮਝਿਆ। ਦਿੱਲੀ ਮੇ ਨਿਤ ਅਤ ਟਕਰਾਏ, ਕਰ ਕਰ ਬੈਠ ਤੇ ਅਰ ਸਮਦਾਏ। ਔਰ ਦਿੱਲੀ ਵਾਲੇ ਦਿੱਲੀ ਵਿੱਚ ਤਕੜਾਈ ਕਰਕੇ ਬੈਠਣ ਲੱਗੇ ਵੀ ਕਿਤੇ ਬੰਦਾ ਸਿੰਘ ਬਹਾਦਰ ਦਿੱਲੀ 'ਚ ਨਾ ਵੜ ਜਿਆ, ਜਿਵੇਂ ਅੰਦੋਲਨ ਵੇਲੇ ਤਕੜਾਈਆਂ ਕੀਤੀਆਂ ਸੀਗੀਆਂ ਕਿਸਾਨਾਂ ਨੂੰ ਰੋਕਣ ਵਾਸਤੇ। ਬੰਦਾ ਸਿੰਘ ਬਹਾਦਰ ਨੂੰ ਰੋਕਣ ਵਾਸਤੇ ਬਹਾਦਰ ਸ਼ਾਹ ਨੇ ਦਿੱਲੀ ਦੇ ਆਸੇ-ਪਾਸੇ ਤਕੜਾਈ ਕੀਤੀ ਆ ਪੂਰੀ। ਭਾਰੀ ਤਾਕ ਬੜ ਤੁਮ ਉਤਾਰੇ, ਸਭ ਤੁਰਕਾਨੇ ਮੇ ਡਰ ਭਾਰੀ। ਔਰ ਪਰੀ ਧਾਕ ਧਾਕ ਪੈ ਗਈ ਆ ਬੰਦਾ ਸਿੰਘ ਬਹਾਦਰ ਦੀ, ਧੁੰਮਾਂ ਪੈ ਰਹੀਆਂ ਗੁਰੂ ਪਿਆਰਿਓ। ਔਰ ਬੜੀ ਚੜ੍ਹਤ ਹੈ ਬੰਦਾ ਸਿੰਘ ਬਹਾਦਰ ਦੀ। ਸਾਰੇ ਤੁਰਕ ਜਿਹੜੇ ਹਨ ਉਹ ਥਰ ਥਰ ਕੰਬਣ ਲੱਗੇ। ਕਬ ਕਬ ਸੂਬੇ ਹੈ ਵਿਕਥਾਈ, ਲਸ਼ਕਰ ਮੇਲ ਮੇਲ ਸਮਦਾਈ। ਕਦੇ ਕਦੇ ਸੂਬੇਦਾਰ ਇਕੱਠੇ ਹੁੰਦੇ ਐ, ਫੌਜਾਂ ਇਕੱਠੀਆਂ ਕਰਨ ਦੀਆਂ ਸਲਾਹਾਂ ਕਰਦੇ ਨੇ। ਸਨਮੁਖ ਯਾਰ ਯਾਰ ਲੜ ਲੜ ਮਾਰੈ, ਮਾਰ ਖਾਏ ਕੋ ਤਰਾਸ ਪਧਾਰੈ। ਔਰ ਫਿਰ ਕਦੇ ਕਦੇ ਸੋਚਦੀ ਐ ਫੌਜ ਤਾਂ ਬਹੁਤ ਹੋ ਗਈ, ਆਪਾਂ ਹੁਣ ਤਾਂ ਫੜ ਹੀ ਲਵਾਂਗੇ। ਆ ਜਾਂਦੀ ਐ ਬੰਦਾ ਸਿੰਘ ਬਹਾਦਰ ਨੂੰ ਲੜਨ ਵਾਸਤੇ, ਪਰ ਬੰਦਾ ਸਿੰਘ ਬਹਾਦਰ ਗੁਰੂ ਕਿਰਪਾ ਸਦਕਾ ਉਹਨਾਂ ਨੂੰ ਭਜਾ ਦਿੰਦਾ ਹੈ, ਮਾਰ ਦਿੰਦਾ ਹੈ ਜੀ। ਲਾਖੋ ਲਸ਼ਕਰ ਲੀਨੇ ਕਾਏ, ਨਰਿਓ ਸੋ ਕਿਉਂ ਨਾ ਹੈ ਬਚਾਏ। ਗੱਲ ਮੁਕਾਓ ਕਿ ਕਈ ਵਾਰੀ ਬੰਦਾ ਸਿੰਘ ਬਹਾਦਰ ਦੇ ਨਾਲ ਇਹਨਾਂ ਨੇ ਜੰਗ ਕੀਤੇ, ਪਰ ਕਦੇ ਵੀ ਜਿੱਤ ਨਾ ਸਕੇ। ਸ਼ੋਰ ਜੋਰ ਕੋ ਕਾਲ ਬਿਸਾਲਾ, ਪੁਨ ਪਾਜੇ ਹੈ ਵਕਾਲ ਦੁਕਾਲਾ। ਔਰ ਇਸ ਤਰ੍ਹਾਂ ਕਾਲ ਦੁਕਾਲਾ ਕੁਝ ਦਿਨਾਂ ਦੇ ਵਿੱਚ ਹੀ ਰੌਲਾ ਪਾ ਕੇ ਡਰਦੇ ਹੋਏ ਭੱਜ ਜਾਂਦੇ। ਕਈ ਵਾਰ ਤੁਰਕਾਨਾ ਮਿਲ ਮਿਲ, ਪੈਸਾ ਮੁਕਰਨ ਕੇ ਰਿਸ ਪਲ ਪਿਲ। ਔਰ ਕਈ ਵਾਰੀ ਤੁਰਕਾਂ ਨੇ ਇਕੱਠੇ ਹੋ ਕੇ ਲਸ਼ਕਰ ਇਕੱਠੇ ਕਰਕੇ ਬੰਦਾ ਸਿੰਘ ਦੇ ਬਹਾਦਰ ਸਾਹਮਣੇ ਆ ਕੇ ਲੜਨ ਦੀ ਸਲਾਹ ਕੀਤੀ ਆ। ਲੜੇ ਵੀਰ ਚਿਦ ਤਨ ਹੈ ਤਿਲ ਤਿਲ, ਬੀਜੇ ਲੈਣ ਹਿਤ ਆਗੇ ਠਿਲ ਠਿਲ। ਰਿਸ ਪਿਲ ਪਿਲ ਗੁੱਸਾ ਕਰਕੇ ਚੜ ਕੇ ਆਉਂਦੇ ਆ, ਪਰ ਅੱਗੋਂ ਤਿਲ ਤਿਲ ਕਰਕੇ ਜੋਧੇ ਕੱਟੇ ਜਾਂਦੇ ਆ। ਲੜੇ ਵੀਰ ਸਿੱਧ ਤਣ ਹੋਵੇ ਤਿਲ ਤਿਲ, ਤਣਾਂ ਦੇ ਸਰੀਰਾਂ ਦੇ ਟੋਟੇ ਹੋ ਜਾਂਦੇ ਆ। ਵਿਜੇ ਲੈਣ ਹਿਤ ਆਵੇ ਠਿਲ ਠਿਲ, ਆਉਂਦੇ ਤਾਂ ਹੈ ਜਿੱਤਣ ਵਾਸਤੇ ਬੰਦਾ ਸਿੰਘ ਬਹਾਦਰ ਨੂੰ ਫੜਨ ਵਾਸਤੇ, ਪਰ ਟੋਟੇ ਟੋਟੇ ਹੋ ਕੇ ਕੱਟੇ ਜਾਂਦੇ ਆ। ਬਚੇ ਖੋਚੇ ਡਰਦੇ ਭੱਜ ਜਾਂਦੇ ਜੀ। ਇਬ ਬੰਦੇ ਦੇਸ਼ਨ ਜੈ ਪਾਏ, ਸਭ ਪਰ ਆਪਣਾ ਅਮਲ ਠਹਿਰਾਏ। ਇਉਂ ਬੰਦਾ ਸਿੰਘ ਬਹਾਦਰ ਦਾ ਅਮਲ ਭਾਵ ਰਾਜ ਸਾਰਿਆਂ ਉੱਤੇ ਹੋਣ ਲੱਗਿਆ। ਸਾਰੇ ਦੇਸ਼ ਵਿੱਚ ਬੰਦਾ ਸਿੰਘ ਬਹਾਦਰ ਦੀ ਧਾਕ ਪੈ ਗਈ ਜੀ। ਜੈ ਕੈ ਪਟੇ ਥਾਣੇਦਾਰ, ਨਿਆਏ ਨ ਬੇਰਨ ਕੀ ਕਰਕਾਰ। ਹੁਣ ਬੰਦਾ ਸਿੰਘ ਬਹਾਦਰ ਨੇ ਆਪਣੇ ਥਾਣੇਦਾਰ ਲਾਤੇ, ਭਾਵ ਆਪਣੇ ਸੂਬੇਦਾਰ ਲਾਤੇ, ਆਪਣੀਆਂ ਕਾਇਮ ਕਰ ਦਿੱਤੀਆਂ ਗੁਰੂ ਪਿਆਰਿਓ ਕੁਰਸੀਆਂ ਇਸਨੇ ਜਗ੍ਹਾ ਜਗ੍ਹਾ ਤੇ। ਜਿੱਥੇ ਜਿੱਥੇ ਸੂਬੇਦਾਰ ਤੁਰਕਾਂ ਦੇ ਸੀ ਉਹ ਸਭ ਮਾਰ ਦਿੱਤੇ, ਚੱਡੇ ਕਾਢੇ ਕਰ ਦਿੱਤੇ, ਤੇ ਫਿਰ ਉੱਥੇ ਆਪਣੇ ਬੰਦੇ ਬਿਠਾ ਦਿੱਤੇ। ਹੁਣ ਉਹ ਨਿਆਂ ਕਰਨ ਲੱਗੇ ਜੀ। ਕਰੇ ਹੁਕਮ ਹਾਲਾ ਤਨ ਲੀਤ, ਬੰਦੇ ਨਿਕਟ ਪਹੁੰਚਾਈ ਸੋ ਦੇਤ। ਤੋ ਜਿਹੜੇ ਜਿਹੜੇ ਬੰਦੇ ਸੈੱਟ ਕੀਤੇ ਐ ਨੇ ਥਾਂ ਥਾਂ ਦੇ ਉੱਤੇ, ਪਹਿਲਾਂ ਸਮਾਣੇ ਵਿੱਚ ਕੀਤੇ, ਸੰਢੌਰੇ ਵਿੱਚ ਕੀਤੇ, ਫਿਰ ਐਵੇਂ ਜਿਵੇਂ ਜਿਵੇਂ ਜਿੱਥੇ ਜਿੱਥੇ ਜਿੱਤਦਾ ਜਾਂਦਾ ਉੱਥੇ ਉੱਥੇ ਆਪਣੀਆਂ ਗੁਰੂ ਪਿਆਰਿਓ ਇਹ ਚੌਕੀਆਂ ਬਣਾਉਂਦਾ ਜਾ ਰਿਹਾ, ਆਪਣੇ ਬੰਦੇ ਬਿਠਾਉਂਦਾ ਜਾ ਰਿਹਾ। ਤੇ ਹੁਣ ਜਨਤਾ ਜਿਹੜੀ ਹੈ ਉਹ ਹਾਲਾ ਮਾਮਲਾ ਲਿਆ ਕੇ ਉਹਨਾਂ ਨੂੰ ਦਿੰਦੀ ਹੈ, ਤੇ ਉਹ ਹਾਲਾ ਮਾਮਲਾ ਬੰਦੇ ਕੋਲ ਭੇਜ ਦਿੰਦੇ ਜੀ। ਦਿੱਲੀ ਮੇ ਮਿਲ ਕਰ ਤੁਰਕਾਨਾ, ਪਏ ਮਵਾਸੀ ਡਰ ਬਹੁਮਾਨਾ। ਤਾਂ ਹੁਣ ਦਿੱਲੀ ਦੇ ਵਿੱਚ ਤੁਰਕ ਜਿਹੜੇ ਸਨ ਉਹ ਬਹੁਤ ਡਰ ਗਏ, ਘਬਰਾ ਗਏ। ਆ ਕੀ ਹੋ ਗਏ? ਬਹੁਤ ਰੂਦ ਸੋ ਗੋਰਾ ਗੋਰੀ, ਕੋਟ ਸੁਧਾਰਿਓ ਪੁਰ ਚੌਰੀ। ਹੁਣ ਇਹਨਾਂ ਲੋਕਾਂ ਨੇ, ਦਿੱਲੀ ਵਾਲਿਆਂ ਨੇ ਕਿਲਿਆਂ ਦੇ ਵੀ ਸ਼ਰਨ ਲਈ ਆ। ਕਿਲਿਆਂ ਦੇ ਵਿੱਚ ਗੋਲੀ ਬਰੂ ਸਿੱਕਾ ਇਕੱਠਾ ਕਰਕੇ ਕਿਲਿਆਂ ਦੇ ਅੰਦਰ ਵੜ ਕੇ ਬੈਠ ਗਏ, ਬਈ ਬੰਦਾ ਸਿੰਘ ਬਹਾਦਰ ਆਏ ਤੇ ਸਾਨੂੰ ਸੌਖਾ ਮਾਰ ਨਾ ਸਕੇ। ਕੋਪ ਸੁਧਾਰ ਤਰੀ ਬੋਥਾਨਾ, ਹਨੇ ਇਆ ਮਿਲ ਕਰੇ ਬਖਾਨਾ। ਔਰ ਕਿਲਿਆਂ ਦੇ ਵਿੱਚ ਇਹਨਾਂ ਨੇ ਤੋਪਾਂ ਫਿੱਟ ਕਰ ਲਈਆਂ ਤੁਰਕਾਂ ਨੇ ਦਿੱਲੀ ਇਲਾਕੇ ਦੇ ਵਿੱਚ, ਔਰ ਤੋਪਾਂ ਸੈੱਟ ਕਰਕੇ ਕਹਿਣ ਲੱਗੇ ਜੇ ਬੰਦਾ ਇੱਧਰ ਆ ਗਿਆ
ਤੇ ਇੱਥੋਂ ਤੋਪਾ ਨਾਲ ਮਾਰਾਂਗੇ ਦੋਹਰਾ। ਸਾਡਿਓ ਸਗਰੇ ਦੇਸ਼ ਕੋ ਜੋ ਪੰਜਾਬ ਵਿਸਾਲ। ਹਾਂ, ਇਹ ਜੋ ਮਹਾ ਪੰਜਾਬ ਸੀ, ਵਿਸਾਲ ਦਾ ਮਤਲਬ ਹੈ ਵੱਡਾ ਪੰਜਾਬ, ਜਿਹੜਾ ਕਿ ਉਧਰ ਪਾਕਿਸਤਾਨ ਦੇ ਵਿੱਚ ਵੀ ਅੱਧਾ ਰਹਿ ਗਿਆ ਤੇ ਹੋਰ ਇੱਧਰ ਨੂੰ ਵੀ ਹਿਮਾਚਲ ਵੱਲ ਨੂੰ ਵੀ ਪੰਜਾਬ ਸੀਗਾ, ਦਿੱਲੀ ਵੱਲ ਨੂੰ ਵੀ ਪੰਜਾਬ ਸੀਗਾ, ਜਿਹੜਾ ਕਿ ਛੋਟਾ ਕਰਦਿਆਂ ਹਰਿਆਣਾ ਕੱਢ ਕੇ ਵਿੱਚੋਂ ਹੋਰ ਸੂਬੇ ਕੱਢ ਕੇ ਬਹੁਤ ਛੋਟਾ ਜਿਹਾ ਰਹਿ ਗਿਆ। ਇਹ ਮਹਾ ਪੰਜਾਬ ਉਸ ਵੇਲੇ ਸੀ, ਵੱਡਾ ਪੰਜਾਬ, ਜਿਸ ਨੂੰ ਬੰਦਾ ਸਿੰਘ ਬਹਾਦਰ ਨੇ ਸਾਧ ਲਿਆ ਔਰ ਪਲਟਾ ਲੈ ਗੁਰਸੁਤਨ ਕੋ ਦਰੋਹੀ ਹਤੇ ਕਰਾਲ। ਔਰ ਜਿਨ੍ਹਾਂ ਦੁਸ਼ਟਾਂ ਨੇ ਸਾਹਿਬਜ਼ਾਦਿਆਂ ਨੂੰ ਗੁਰੂ ਪਿਆਰਿਓ ਕਸ਼ਟ ਦੇ ਕੇ ਸ਼ਹੀਦ ਕੀਤਾ ਸੀਗਾ, ਉਹਨਾਂ ਸਾਰਿਆਂ ਤੋਂ ਬਦਲਾ ਲੈ ਲਿਆ। ਉਹਨਾਂ ਨੂੰ ਬੜੇ ਭਿਆਨਕ ਢੰਗ ਦੇ ਨਾਲ ਮਾਰਨਾ ਕੀਤਾ ਹੈ ਜੀ। ਚੌਪਈ ਸ਼੍ਰੀ ਬਨੋਦ ਸਿੰਘ ਤੇਹਨ ਬਾਬਾ ਸੰਗੀ ਬੰਦੇ ਕੋ ਰਿਪਦਾਬਾ। ਇਸ ਤਰ੍ਹਾਂ ਬਾਬਾ ਬਨੋਦ ਸਿੰਘ ਜੀ ਤੇਹਨ ਕੁਲ ਵਿੱਚੋਂ ਬਾਬਾ, ਇਸ ਜਿਹੜੇ ਦੋ ਸਿੰਘ ਬਾਬਾ ਤੇਹਨ ਕੁਲ ਚੋਂ ਤੇ ਭੱਲੇ ਕੁਲ ਚੋਂ, ਬਾਬਾ ਬਨੋਦ ਸਿੰਘ ਹੈ ਜਿਹੜਾ ਇਹ ਤੇਹਨ ਕੁਲ ਚੋਂ ਹੈ ਤੇ ਇੱਕ ਭੱਲੇ ਕੁਲ ਚੋਂ ਹੈ। ਇਹ ਦੋਨਾਂ ਦੀ ਡਿਊਟੀ ਲਾਈ ਸੀ ਬੰਦੇ ਨੂੰ ਗਾਈਡ ਕਰਨ ਦੀ, ਬਈ ਤੁਸੀਂ ਨਾਲ ਰਹਿਣਾ, ਤੇ ਬੰਦੇ ਨੂੰ ਕਿਹਾ ਸੀਗਾ ਵੀ ਇਹਨਾਂ ਦੀ ਸਲਾਹ ਲੈਣੀ ਆ, ਇਹ ਤੇਰੀ ਸਹਾਇਤਾ ਕਰਨਗੇ। ਏਤ ਸਹਾਇਕ ਸਤਿਗੁਰ ਦਿਓ ਜਥਾ ਜੋਗ ਉਪਦੇਸ਼ਨ ਕਿਓ। ਔਰ ਉਹਨਾਂ ਨੇ ਠੀਕ ਗਾਈਡ ਵੀ ਕੀਤਾ। ਜਿਉਂ ਨੰਦੇੜ ਸਾਹਿਬ ਤੋਂ ਚੱਲਿਆ ਉਹਨਾਂ ਨੇ ਆਪ ਇਹਨੂੰ ਗਾਈਡ ਵੀ ਕੀਤਾ, ਕਿੱਥੇ ਕੀ ਕਰਨਾ ਕਿੱਥੇ ਕੀ ਨਹੀਂ ਕਰਨਾ, ਉਹ ਦੋਨੇ ਦੱਸਦੇ ਆ ਰਹੇ ਸਨ। ਜੈ ਕੈ ਕਰੀ ਸਹਾਇ ਵਿਸਾਲਾ ਮਸਲਤ ਦੇਤ ਬਤਾਏ ਰਸਾਲਾ। ਜਿੱਥੇ ਕਿੱਥੇ ਉਹਨਾਂ ਦੋਹਾਂ ਨੇ ਇਹਨੂੰ ਸਲਾਹ ਮਸ਼ਵਰਾ ਦਿੱਤਾ, ਇਹਦੀ ਸਹਾਇਤਾ ਵੀ ਕੀਤੀ, ਇਹਦੀ ਮਦਦ ਵੀ ਕੀਤੀ। ਜਬੇ ਬਿਹਾ ਬੰਦੇ ਕਰਵਾਇਓ ਕਹਿ ਕਹਿ ਗੁਰਬਚ ਬਹੁਤ ਹਟਾਇਓ। ਜਦੋਂ ਗੁਰੂ ਪਿਆਰੋ ਚੰਬੇ ਦੀ ਲੜਕੀ ਉਸ ਰਾਜੇ ਨੇ ਪੇਸ਼ ਕਰਤੀ ਇਸ ਨੂੰ, ਤੇ ਇਸ ਨੇ ਉਹਦੇ ਨਾਲ ਵਿਆਹ ਕਰਾ ਲਿਆ। ਉਦੋਂ ਇਹਨਾਂ ਦੋਨਾਂ ਨੇ ਸਮਝਾਇਆ ਸੀਗਾ ਵੀ ਗੁਰੂ ਸਾਹਿਬ ਨੇ ਤੈਨੂੰ ਇਸ ਕੰਮ ਤੋਂ ਰੋਕਿਆ। ਰਾਜਾ ਜਨਮੇਜਾ ਹੋਇਆ ਨਾ, ਹਿੰਦੂ ਮਤ ਵਿੱਚ ਰਾਜਾ ਹੋਇਆ ਪੁਰਾਣਾ ਇੱਕ, ਰਾਜੇ ਜਨਮੇਜੇ ਨੂੰ ਗੁਰੂ ਪਿਆਰਿਓ ਇੱਕ ਵਾਰੀ ਕਥਾ ਸੁਣ ਰਿਹਾ ਸੀਗਾ, ਤੇ ਉਹ ਕਥਾ ਦੇ ਵਿੱਚ ਸੁਣ ਕੇ ਤੇ ਇਸ ਨੇ ਤਰਕ ਕੀਤਾ ਸੁਣਾਉਣ ਵਾਲੇ ਰਿਸ਼ੀ ਤੇ। ਕਹਿੰਦੇ ਜੇ ਬੰਦੇ ਨੂੰ ਪਹਿਲਾਂ ਪਤਾ ਹੋਵੇ ਤੇ ਬੰਦਾ ਉਹ ਗਲਤੀ ਕਰੇ ਹੀ ਨਾ, ਫਿਰ ਕਿਵੇਂ ਮਰ ਸਕਦਾ। ਤੇ ਉਹ ਰਿਸ਼ੀ ਜਨਮੇਜੇ ਨੂੰ ਕਹਿਣ ਲੱਗੇ, ਲੈ ਮੈਂ ਤੈਨੂੰ ਦੱਸਦਾ ਤੇਰੀ ਮੌਤ ਕਿਵੇਂ ਹੋਵੇਗੀ, ਜੇ ਤੂੰ ਗਲਤੀ ਨਾ ਕਰੀ ਫਿਰ ਤੈਨੂੰ ਮੈਂ ਗਾਈਡ ਪਹਿਲਾਂ ਕਰ ਦੇਣਾ। ਕਹਿਣ ਲੱਗਾ ਵੀ ਦੱਸ। ਕਹਿਣ ਲੱਗੇ ਤੂੰ ਜੰਗਲ ਸ਼ਿਕਾਰ ਖੇਡਣ ਜਾਵੇਂਗਾ, ਤੈਨੂੰ ਉੱਥੇ ਕਿਸ਼ਤੀ ਮਿਲੇਗੀ ਸੁੰਦਰ, ਤੂੰ ਉਹਨੂੰ ਘਰੇ ਲਿਆਵੇਂਗਾ, ਵਿਆਹ ਕਰਾਵੇਂਗਾ। ਉਸ ਤੋਂ ਪਹਿਲਾਂ ਤੇਰੇ ਕੋਲ ਕਾਲੀ ਘੋੜੀ ਹੋਵੇਗੀ, ਤੂੰ ਕਾਲੀ ਘੋੜੀ ਤੇ ਨਾ ਚੜੀ, ਪਰ ਤੂੰ ਚੜੇਂਗਾ, ਫਿਰ ਤੂੰ ਉਸ ਕਾਲੀ ਘੋੜੀ ਚੜ ਕੇ ਜੰਗਲ ਵਿੱਚ ਜਾਏਂਗਾ, ਜੰਗਲ 'ਚ ਕਿਸ਼ਤੀ ਮਿਲੂਗੀ, ਤੂੰ ਉਹ ਘਰੇ ਨਾ ਲੈ ਕੇ ਆਈ, ਪਰ ਤੂੰ ਲਿਆਵੇਂਗਾ, ਘਰੇ ਲਿਆ ਕੇ ਫਿਰ ਤੂੰ ਵਿਆਹ ਕਰਾਵੇਂਗਾ, ਫਿਰ ਜਸ਼ਨ ਮਨਾਓਗੇ, ਫਿਰ ਤੁਸੀਂ ਇੱਕ ਵੱਡਾ ਨਗਰ ਨਿਵਾਸੀਆਂ ਨੂੰ ਲੰਗਰ ਕਰੋਗੇ, ਬ੍ਰਹਮ ਭੋਜ ਕਰੋਗੇ। ਨਾ ਕਰੀ, ਪਰ ਤੂੰ ਕਰੇਂਗਾ। ਉਸ ਬ੍ਰਹਮ ਭੋਜ ਦੇ ਵਿੱਚ ਤੇਰੇ ਹੱਥੋਂ ਬ੍ਰਾਹਮਣ ਮਾਰੇ ਜਾਣਗੇ, ਕਿਸੇ ਕਾਰਨ ਤੂੰ ਬ੍ਰਾਹਮਣਾਂ ਨੂੰ ਮਾਰ ਦੇਵੇਂਗਾ, ਇਹਦਾ ਤੈਨੂੰ ਬ੍ਰਹਮ ਦੋਸ਼ ਲੱਗੇਗਾ। ਤੂੰ ਇਹ ਕੰਮ ਨਾ ਕਰੀ, ਘੋੜੀ ਨਾ ਖਰੀਦੀ ਕਾਲੀ। ਕਹਿੰਦਾ ਮੈਂ ਨਹੀਂ ਖਰੀਦਦਾ, ਮੈਂ ਕੰਮ ਹੀ ਨਹੀਂ ਕਰਦਾ। ਕਹਿੰਦੇ ਨਾ ਕਰੀ, ਪਰ ਤੂੰ ਕਰੇਂਗਾ। ਫਿਰ ਜਦੋਂ ਕਹਿੰਦੇ ਉਹ ਬ੍ਰਾਹਮਣ ਮਾਰੇ ਜਾਣਗੇ, ਫਿਰ ਤੈਨੂੰ ਦੋਸ਼ ਲੱਗੇਗਾ ਬ੍ਰਹਮ ਹੱਤਿਆ ਦਾ। ਉਹ ਦੋਸ਼ ਤੇਰਾ ਤਾਂ ਲੱਥੂਗਾ ਜੇ ਤੂੰ ਆਪਣੇ ਵੱਡਿਆਂ ਦੀ ਗੱਲ ਸੁਣੇਗਾ। ਕਹਾਣੀ ਭਾਵ ਪਾਂਡਵਾਂ ਦਾ ਜਿਹੜਾ ਇੰਨੇ ਵੱਡੇ ਪਿੱਤਰ ਸੀ ਵੀ ਉਹਨਾਂ ਦੀ ਤੈਨੂੰ ਕਹਾਣੀ ਸੁਣਾਈ ਜਾਊਗੀ, ਉਸ ਤੇ ਤੂੰ ਟੀਕਾ ਟਿੱਪਣੀ ਨਾ ਕਰੀ। ਜੇ ਤੂੰ ਕਹਿੰਦਾ ਵੀ ਇਹ ਕਿਵੇਂ ਹੋ ਸਕਦਾ, ਤੈਨੂੰ ਕੋੜ ਹੋਵੇਗਾ। ਉਹ ਕੋੜ ਕਹਿੰਦੇ ਵੱਡਿਆਂ ਦੀ ਕਹਾਣੀ ਸੁਣ ਕੇ, ਉਹਨਾਂ ਦਾ ਇਤਿਹਾਸ ਸੁਣ ਕੇ ਲੱਥੇਗਾ। ਜੇ ਤੂੰ ਟੀਕਾ ਟਿੱਪਣੀ ਨਾ ਕਰੇ ਤਾਂ ਮਾਫ ਹੋ ਜਾਊਗਾ, ਪਰ ਤੂੰ ਕਰੇਂਗਾ ਟੀਕਾ ਟਿੱਪਣੀ। ਕਹਿੰਦਾ ਮੈਂ ਕੰਮ ਕਰਦਾ ਹੀ ਨਹੀਂਗਾ, ਮੈਂ ਘੋੜੀ ਨਹੀਂ ਲੈਂਦਾ। ਕਹਿੰਦੇ ਪਰ ਤੂੰ ਇਹ ਕੰਮ ਵੀ ਕਰੇਂਗਾ ਤੇ ਉਹਦੇ ਕਾਰਨ ਤੇਰੀ ਮੌਤ ਹੋਵੇਗੀ।
ਹੁਣ ਜਨਮੇਜੇ ਨੇ ਸਾਰਾ ਕੁਝ ਕਰ ਲਿਆ, ਬਾਹਮਣ ਵੀ ਮਾਰਤੇ ਨੇ। ਜਦੋਂ ਇਹਨਾਂ ਬ੍ਰਹਮ ਭੋਜ ਕੀਤਾ, ਜਿਹੜੀ ਰਾਣੀ ਸੀਗੀ ਉਹ ਲੰਗਰ ਛਕਾ ਰਹੇ ਸੀ ਦੋਨੇ, ਕਿਤੇ ਹਵਾ ਦਾ ਬੁੱਲਾ ਆਇਆ, ਸਾੜੀ ਉੱਡ ਗਈ ਤੇ ਬ੍ਰਾਹਮਣ ਹੱਸ ਪਏ ਰੋਟੀ ਖਾਂਦੇ ਖਾਂਦੇ, ਤੇ ਇਹਦੇ ਗਾਤਰੇ ਤਲਵਾਰ ਸੀ ਪਾਈ ਹੋਈ, ਕੱਢ ਕੇ 18 ਵੜਤੇ। ਇਹਦੇ ਗੁਰੂ ਨੇ ਰੋਕਿਆ, ਰਿਸ਼ੀਆਂ ਰੋਕਿਆ ਵੀ ਨਾ ਇਹ ਕੰਮ ਨਾ ਕਰ। ਫਿਰ ਇਹਨੂੰ ਦੋਸ਼ ਲੱਗਿਆ ਤੇ ਕਹਿੰਦੇ ਉਹ ਦੋਸ਼ ਨੂੰ ਖਤਮ ਕਰਨ ਵਾਸਤੇ ਨੇ ਕਹਾਣੀ ਸੁਣਨੀ ਸ਼ੁਰੂ ਕੀਤੀ। ਜਦੋਂ ਕਹਾਣੀ ਆਈ ਨਾ ਬਈ ਤੁਹਾਡੇ ਵੱਡੇ ਐਡੇ ਤਕੜੇ ਸੀ ਭੀਮ ਚੰਦ ਵਰਗੇ, ਇਹਨਾਂ ਨੇ ਹਾਥੀ ਘੁਮਾ ਕੇ ਆਕਾਸ਼ਾਂ ਵਿੱਚ ਸਿੱਟਤੇ, ਹਜੇ ਥੱਲੇ ਨਹੀਂ ਡਿੱਗੇ। ਕਹਿੰਦਾ ਇਹ ਤਾਂ ਹੋ ਹੀ ਨਹੀਂ ਸਕਦਾ। ਕਹੋ ਸਤਨ ਬਥੇਰਾ ਚਿਰ ਹੋ ਗਿਆ ਗੱਪ ਸੁਣਦੇ ਨਹੀਂ ਯਾਰ। ਉਹ ਕਹਿੰਦਾ ਇਹ ਗੱਪ ਨਹੀਂ, ਉਹ ਤਕੜੇ ਹੀ ਇੰਨੇ ਸੀ ਬੰਦੇ। ਕਹਿੰਦਾ ਇਹ ਨਹੀਂ ਹੋ ਸਕਦਾ। ਕਹਿੰਦੇ ਹੋਇਆ। ਕਹਿੰਦੀ ਉਹ ਰਿਸ਼ੀ ਨੇ ਉਸ ਨੂੰ ਕਰੰਗ ਡਿੱਗਦਾ ਵੀ ਦਿਖਾਇਆ ਥੱਲੇ ਇੱਕ ਆਪਦੀ ਸ਼ਕਤੀ ਦੇ ਨਾਲ। ਪਰ ਫਿਰ ਉਸ ਦੇ ਸੁਣਦਿਆਂ ਸੁਣਦਿਆਂ ਕੋੜ ਬਾਕੀ ਦਾ ਖਤਮ ਹੋ ਗਿਆ ਸੀਗਾ। ਉਹ ਕੋੜ ਦਾ ਫੋੜਾ ਉਹਦੇ ਨੱਕ 'ਚ ਰਹਿ ਗਿਆ ਸੀਗਾ ਤੇ ਉਹਦੇ ਨਾਲ ਹੀ ਉਸ ਦਾ ਖਾਤਮਾ ਹੋਇਆ। ਰਾਜਾ ਜੇ ਜਨਮੇਜਾ ਦੇ ਮਤੀ ਬਾਣੀ 'ਚ ਸਾਰਾ ਇਤਿਹਾਸ ਲਿਖਤਾ। ਇਹ ਜਦੋਂ ਆਪਾਂ ਉਹ ਸ਼ਬਦ ਦੀ ਵਿਸਥਾਰ ਕਰਾਂਗੇ ਫਿਰ ਸਮਝ ਆਉਂਦੀ ਹੈ। ਕੀ ਸ਼ਬਦ ਹੈ ਇਹ? ਰਾਜਾ ਜਨਮੇਜਾ ਦੇ ਮਤੀ ਵਰਜ ਬਿਆਸ ਪੜ੍ਹਾਇਆ, ਤਿੰਨ ਕਰ ਜਗ 18 ਘਾਏ, ਕੀਰਤਨ ਚੱਲੇ ਚਲਾਇਆ, ਕੋਈ ਜਾਣ ਨਾ ਭੁੱਲੈ ਭਾਈ, ਸੋ ਭੁੱਲੈ ਜਿਸ ਆਪ ਭੁਲਾਵੈ, ਬੁਝੈ ਜਿਸੇ ਬੁਝਾਈ। ਹੁਣ ਬਈ ਮੌਤ ਤਾਂ ਸਭ ਦੀ ਹੋਣੀ ਹੈ। ਬੰਦਾ ਸਿੰਘ ਬਹਾਦਰ ਦਾ ਵੀ ਆਖਰੀ ਸਮਾਂ ਆਉਣਾ ਸੀ, ਕੋਈ ਬਹਾਨਾ ਤਾਂ ਬਣਨਾ ਸੀਗਾ। ਕਹਿੰਦੇ ਬਾਬਾ ਬਨੋਦ ਸਿੰਘ ਹੋਰਿਆਂ ਨੇ ਇਹਨੂੰ ਕਿਹਾ ਬਈ ਤੂੰ ਆਹ ਕੰਮ ਨਾ ਕਰ। ਉਹਨਾਂ ਨੇ ਸਮੇਂ ਸਮੇਂ 'ਤੇ ਗਾਈਡ ਕੀਤਾ। ਭਾਈ ਸਾਹਿਬ ਇੱਥੇ ਲਿਖਦੇ ਹਨ, ਜਦੋਂ ਇਸ ਨੇ ਉਹ ਚੰਬੇ ਵਾਲੇ ਰਾਜੇ ਦੀ ਲੜਕੀ ਪ੍ਰਵਾਨ ਕਰ ਲਈ, ਉਹਦੇ ਨਾਲ ਸ਼ਾਦੀ ਕਰ ਲਈ, ਉਹਨੂੰ ਆਪਣੇ ਘਰ ਰੱਖ ਲਿਆ। ਇਹਨਾਂ ਨੇ ਉਹਨੂੰ ਰੋਕਿਆ ਬਈ ਗੁਰੂ ਸਾਹਿਬ ਨੇ ਤੈਨੂੰ ਲੰਗੋਟਬੰਦੀ ਰਹਿਣ ਦਾ ਹੁਕਮ ਦਿੱਤਾ ਸੀਗਾ, ਬ੍ਰਹਮਚਾਰੀ ਰਹਿਣ ਦਾ ਹੁਕਮ ਦਿੱਤਾ ਸੀਗਾ। ਹਜੇ ਕੰਮ ਬਹੁਤ ਪਏ ਨੇ, ਭਾਵੇਂ ਤੂੰ ਬੜੀਆਂ ਜੰਗਾਂ ਜਿੱਤ ਲਈਆਂ, ਹਜੇ ਕੰਮ ਬਹੁਤ ਪਿਆ, ਤੂੰ ਇਹ ਕੰਮ ਹਜੇ ਨਾ ਕਰ। ਪਰ ਕਹਿੰਦੇ ਉਹ ਨਹੀਂ ਮੰਨਿਆ ਜੀ। ਵਰਜ ਰਹੋ ਨਾ ਸੁੰਦਰ ਹੀਰੇ, ਕਰੀ ਮੌਣ ਤਿਸ ਕਹਿਓ ਨਾ ਪੇਰੀ। ਨਾ ਤਾਂ ਉਹਨੇ ਨਾ ਕਹੀ ਨਾ ਹਾਂ ਕਹੀ। ਇਹ ਬਾਬੇ ਬਨੋਦ ਵਰਗੇ ਦੋਨਾਂ ਨੂੰ ਇਹਨੇ ਜਵਾਬ ਦੇ ਦਿੱਤਾ ਔਰ ਉਹ ਲੜਕੀ ਇਸ ਨੇ ਪ੍ਰਵਾਨ ਕਰ ਲਈ। ਚੱਬੇ ਵਾਲੇ ਰਾਜੇ ਨੇ ਚਲਾਕੀ ਦੇ ਨਾਲ ਆਪਣਾ ਰਾਜ ਬਚਾ ਲਿਆ। ਇਹਨੇ ਫਿਰ ਉਸ 'ਤੇ ਹਮਲਾ ਨਹੀਂ ਕੀਤਾ, ਪਹਾੜੀ ਰਾਜੇ 'ਤੇ ਉਹ ਛੱਡਤਾ। ਭੀਮ ਚੰਦ ਵਰਗਿਆਂ 'ਤੇ ਹਮਲੇ ਕਰਕੇ ਉਹ ਮਾਰ ਦਿੱਤੇ ਸਾਰੇ ਰਾਜੇ। ਪਹਿਲਾਂ ਜਦ ਚੰਬੇ ਦੇ ਵਿੱਚ ਪਹੁੰਚਿਆ ਤੇ ਚੰਬੇ ਵਾਲੇ ਨੇ ਚਲਾਕੀ ਨਾਲ ਆਪਣੀ ਲੜਕੀ ਇਹਨੂੰ ਪੇਸ਼ ਕਰ ਦਿੱਤੀ। ਬੜੀ ਸੁੰਦਰ ਸੀਗੀ। ਭਾਈ ਸਾਹਿਬ ਨੇ ਇੱਥੇ ਲਿਖਿਆ ਸਾਰੀ ਸੁੰਦਰਤਾ ਉਹਦੀ। ਉਸ ਨੂੰ ਦੇਖ ਕੇ ਕਹਿੰਦੇ ਇਸ ਨੇ ਬਾਬੇ ਬਨੋਦ ਹੋਰਾਂ ਦੀ ਗੱਲ ਨਾ ਮੰਨੀ ਔਰ ਇਸੇ ਰੀਤ ਇੱਕ ਡੋਰਾ ਆਨ ਲੇਕਰ ਪਹੁੰਚੋ ਰਿਪਡਰ ਮਾਨ। ਇਸੇ ਤਰ੍ਹਾਂ ਹੀ ਇੱਕ ਹੋਰ ਇਹਦਾ ਵਿਆਹ ਹੋਇਆ। ਇੱਕ ਹੋਰ ਦੁਸ਼ਮਣ ਡਰਦਾ ਹੋਇਆ ਇੱਕ ਡੋਲਾ ਲੈ ਕੇ ਇਹਨੂੰ ਅੱਗੋਂ ਆ ਕੇ ਮਿਲਿਆ। ਪੁਰਾਣੇ ਛੋਟੇ ਰਾਜੇ ਆਈ ਆਪਣੀ ਜਾਨ ਬਚਾਉਂਦੇ ਸੀਗੇ, ਜਿਸ ਤਰ੍ਹਾਂ ਜੈਮਲ ਤੇ ਫਤਿਹ। ਤੇ ਅਕਬਰ ਉਹਨਾਂ ਨੂੰ ਕਹਿੰਦਾ ਤੁਹਾਡੀ ਲੜਕੀ ਦਾ ਮੇਰੇ ਨਾਲ ਵਿਆਹ ਕਰੋ। ਤੇ ਜੈਮਲ ਫਤਿਹ ਕਹਿੰਦੇ ਓਏ ਅਸੀਂ ਕੀ ਤੇ ਤੂੰ ਕੀ, ਸਾਨੂੰ ਜੈਮਲ ਫਤਿਹ ਆਖਦੇ। ਤੈਨੂੰ ਮੁਗਲਾਂ ਦੀ ਸਰਕਾਰ ਕਿਵੇਂ ਧੀ ਦਾ ਡੋਲਾ ਦੇ ਦਈਏ? ਕੁਛ ਹੱਥ ਅਕਲ ਨੂੰ ਮਾਰ। ਤੂੰ ਮੁਸਲਮਾਨ, ਅਸੀਂ ਜਿਹੜੇ ਹੈਗੇ ਆ ਰਾਜਪੂਤ, ਨਹੀਂ ਦੇ ਸਕਦੇ। ਉਸ ਵਿਸ਼ੇ 'ਤੇ ਲੜਾਈ ਹੋਈ ਫਿਰ ਅਕਬਰ ਦੀ ਉਹਨਾਂ ਦੇ ਨਾਲ। ਉਹਨਾਂ ਨੇ ਚੰਗੀ ਲੜਾਈ ਕਰਕੇ ਉਹਦਾ ਕਾਫੀ ਖਾਤਮਾ ਕੀਤਾ। ਖੈਰ ਉਸ ਵੇਲੇ ਰਾਜੇ ਲੋਕ ਜਿਹੜੇ ਸਨ ਆਪਣਾ ਰਾਜ ਬਚਾਉਣ ਵਾਸਤੇ ਆਪਣੀਆਂ ਧੀਆਂ ਤੱਕ ਮੁਗਲਾਂ ਮੁਸਲਮਾਨਾਂ ਨੂੰ ਦੇ ਦਿੰਦੇ ਸੀ। ਇਹ ਪਹਾੜੀਏ ਵੀ ਇਹਨਾਂ ਦੇ ਗੁਲਾਮ ਸੀ। ਗੁਰੂ ਪਿਆਰੋ ਪਾਤਸ਼ਾਹ ਨੇ ਕਿਹਾ ਸੀਗਾ ਬਈ ਤੁਸੀਂ ਮੇਰੇ ਨਾਲ ਰਲ ਜਾਓ, ਤੁਸੀਂ ਅੰਮ੍ਰਿਤ ਛਕ ਲਓ, ਮੇਰੇ ਸਿੰਘ ਸੱਜ ਜਾਓ, ਤੁਹਾਨੂੰ ਪੱਕੇ ਰਾਜ ਦੇ ਦਿਆਂਗਾ, ਮੁਗਲਾਂ ਦੀ ਗੁਲਾਮੀ ਖਤਮ ਕਰ ਦਿਆਂਗਾ। ਤੇ ਇਹ ਪਹਾੜੀਏ ਆਪਣੇ ਆਪ ਨੂੰ ਉੱਚੀ ਜਾਤ ਦੇ ਸਮਝਦੇ ਸਨ, ਬ੍ਰਾਹਮਣ ਸਮਝਦੇ ਸਨ। ਇਹ ਕਹਿੰਦੇ ਜੀ ਸਾਨੂੰ ਅੰਮ੍ਰਿਤ ਤਾਂ ਜ਼ਰੂਰ ਛਕਾ ਦਿਓ, ਪਰ ਸਾਨੂੰ ਕੱਲਿਆਂ ਨੂੰ ਛਕਾਓ, ਅਸੀਂ ਆ ਸ਼ੂਦਰਾਂ ਨੀਚਾਂ ਦੇ ਵਿੱਚ ਨਹੀਂ ਛਕਣਾ। ਕਹਿੰਦੇ ਫਿਰ ਇਹੀ ਤਾਂ ਖਤਮ ਕਰਨਾ ਮੈਂ, ਮਿਲੂਗਾ ਤਾਂ ਵਿੱਚੇ ਖੜ ਕੇ ਇਹਨਾਂ ਦੇ। ਪਹਿਲਾਂ ਇੱਧਰੋਂ ਬਾਟਾ ਮੂੰਹ ਨੂੰ ਲਾ ਕੇ ਪਿਆਵਾਂਗੇ, ਫਿਰ ਇੱਧਰੋਂ ਆਈ ਨੂੰ ਪਿਆਵਾਂਗੇ, ਸਭ ਨੂੰ ਰਲ ਮਿਲ ਕਰਾਂਗੇ। ਫਿਰ ਉਹਨਾਂ ਨੂੰ ਅੰਮ੍ਰਿਤ ਦਿੱਤਾ ਨਹੀਂ, ਪਹਾੜੀਆਂ ਨੇ ਲਿਆ ਨਹੀਂ ਗਾ। ਇਸ ਕਰਕੇ ਮੇਰੇ ਪ੍ਰੀਤਮ ਜੀ ਨੇ ਕਿਰਪਾ ਕੀਤੀ ਸੀ ਤਾਂ ਪਰ ਇਹਨਾਂ ਪਹਾੜੀਆਂ ਨੇ ਗੱਲ ਨਹੀਂ ਮੰਨੀ ਉਸ ਵੇਲੇ। ਤਾਂ ਇੱਥੇ ਬੰਦਾ ਸਿੰਘ ਬਹਾਦਰ ਜਿਹੜਾ ਹੈ ਇਹ 2 ਡੋਲੇ ਲੈ ਆਉਂਦਾ ਹੈ। ਦੂਸਰਾ ਦੁਸ਼ਮਣ ਰਾਜਾ ਇੱਕ ਹੋਰ ਹੈ ਜਿਹੜਾ ਆਪਣੀ ਜਾਨ ਬਚਾਉਣ ਵਾਸਤੇ
ਇਹੀ ਕਰਦਾ ਹੈ। ਤਿਸ ਵੀ ਵਿਆਹ ਕਰਨ ਲਲਚਾਵਾ ਸ਼੍ਰੀ ਬਨੋਦ ਸਿੰਘ ਝਿੜਕ ਹਟਾਵਾ। ਚਲੋ ਪਹਿਲਾਂ ਤਾਂ ਉਹ ਸਮਝਾਇਆ ਸੀ, ਪਰ ਜਦ ਦੂਜਾ ਵਿਆਹ ਕਰਨ ਲੱਗਿਆ ਤੇ ਬਾਬਾ ਬਨੋਦ ਸਿੰਘ ਜੀ ਨੇ ਇਸ ਨੂੰ ਝਿੜਕਣਾ ਕੀਤਾ ਵੀ ਨਹੀਂ, ਇਹ ਗਲਤ ਗੱਲ ਹੈ, ਤੂੰ ਗੁਰੂ ਸਾਹਿਬ ਦੇ ਹੁਣ ਉਲਟ ਜਾ ਰਿਹਾ ਹੈ। ਪਿਓ ਗਰਭ ਸੋ ਨਾਹਨ ਮਾਨੇ ਕਰੋ ਪਾਰ ਜਾ ਲਾਲਚ ਠਾਨੈ। ਔਰ ਗੁਰੂ ਪਿਆਰਿਓ ਉਸ ਲੜਕੀ ਨੂੰ ਵੀ ਵਿਆਹੁਣ ਦਾ ਲਾਲਚ ਹੋ ਗਿਆ ਤੇ ਬਾਬਾ ਬਨੋਦ ਸਿੰਘ ਹੋਰਾਂ ਦੀ ਗੱਲ ਕਹਿੰਦੇ ਨਾ ਮੰਨੀ ਜੀ। ਬੇਮੁਖ ਲੜ ਕਰ ਬਾਬੇ ਤਬੈ ਬੈਠੇ ਹੁਤੋ ਬਿਲੋਕਤ ਸਬੈ। ਔਰ ਬੈਠ ਕੇ ਫਿਰ ਸਾਰੇ ਸਿੰਘ ਸੋਚਣ ਲੱਗੇ ਵੀ ਹੁਣ ਬੰਦਾ ਸਿੰਘ ਬਹਾਦਰ ਖਤਮ ਹੋਊਗਾ, ਗੁਰੂ ਸਾਹਿਬ ਦਾ ਬਚਨ ਚੱਲ ਗਿਆ, ਇਹਨੇ ਗੁਰੂ ਤੋਂ ਬੇਮੁਖ ਹੋਣਾ ਕੀਤਾ ਹੈ ਜੀ। ਹੱਥ ਬੇਹਿਤ ਕ੍ਰੋਧ ਕੇ ਸਾਥ ਧਰਿਓ ਖੜਗ ਕਬਜੇ ਪਰ ਹਾਥ। ਤਾਂ ਗੁਰੂ ਪਿਆਰੋ ਇਹਨਾਂ ਨੇ ਉਸ ਵੇਲੇ ਸਲਾਹ ਕੀਤੀ ਵੀ ਆਪਾਂ ਹੀ ਇਹਨੂੰ ਵੱਢ ਦਈਏ। ਮਾਰਿਓ ਚਾਹੇ ਜਾਨ ਹੰਕਾਰੀ ਕਿਆ ਮੂਰਖਿਨ ਮਨ ਮੇ ਧਾਰੀ। ਇਹਨੂੰ ਹੰਕਾਰ ਹੋ ਗਿਆ, ਗੁਰੂ ਸਾਹਿਬ ਤੋਂ ਐਂਟੀ ਚੱਲ ਪਿਆ, ਗੁਰੂ ਸਾਹਿਬ ਜੀ ਦੀ ਗੱਲ ਇਹ ਯਾਦ ਨਹੀਂ ਰੱਖਦਾ। ਤਬਲੋ ਕਾਹਨ ਸਿੰਘ ਸੁਤਿਆਇਓ ਹੱਥ ਜੋਰ ਬਚ ਕਇਓ ਹਟਾਇਓ। ਬਾਬਾ ਕਾਹਨ ਸਿੰਘ ਦਾ ਪੁੱਤਰ ਜਿਹੜਾ ਸੀਗਾ, ਇਸ ਨੇ ਆ ਕਰਕੇ ਉਹਨਾਂ ਨੂੰ ਰੋਕਣਾ ਕੀਤਾ ਵੀ ਨਹੀਂ ਆਪਾਂ ਇਹੋ ਜਿਹਾ ਕੁਝ ਨਹੀਂ ਕਰਨਾ, ਇਹਨੂੰ ਸਮਝਾਵਾਂ ਬੁਝਾਵਾਂਗੇ। ਖੈਰ ਵਿਚਾਰਾਂ ਅੱਗੇ ਚੱਲਦੀਆਂ ਰਹਿੰਦੀ, ਵਿਚਾਰ ਅਗਲੇ ਦੀਵਾਨਾਂ ਵੀ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ, ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगनास। हे पूरन हे सर्व मैं पंचन गुणतास। हे संगी हे निरंकार हे निर्गुण सब टेक। हे गोविंद हे गुण निदान जाके सदा विवेक। हे अपरंपर हर हरे है बिहो हे संत कै सदा संग आधार। हे ठाकुर दासरो मैं निर्गुण गुण नहीं कोई। नानक दीजै नाम दान कोई परोए। आए प्रभ शरणागति नित दयाल। एक अखर हर मन बसत नानक होत निहाल। एक ओंकार सतगुरु प्रसाद सच होए। वाहिगुरु जी की फतेह है विनाशन सोए। वाहिगुरु जी की फतेह है विनाशन सोए। वाहिगुरु जी का खालसा वाहिगुरु जी की फतेह।